ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਹਾਂ ਏਜੰਡਾ। ਅੱਜ ਦੇ ਇਸ ਐਪੀਸੋਡ ਦੇ ਵਿੱਚ ਇੱਕ ਬਹੁਤ ਹੀ ਅਹਿਮ ਖਬਰ ਫਿਰੋਜ਼ਪੁਰ ਦੇ ਨਾਲ ਸੰਬੰਧਿਤ ਤਿੰਨ ਘਪਲਾਕਾਰੀਆਂ ਦੇ ਬਾਰੇ ਜਿਨ੍ਹਾਂ ਨੇ ਸਰਕਾਰੀ ਖਜ਼ਾਨੇ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ। ਦੱਸਾਂਗੇ ਕਿ ਹੁਣ ਤੱਕ ਸਰਕਾਰੀ ਅਫਸਰ ਕਰੀਬ 40 ਕਰੋੜ ਰੁਪਏ ਵਾਪਸ ਲੈਣਾ ਹੀ ਭੁੱਲ ਗਏ ਤੇ ਸੁੱਤੇ ਪਏ ਆ। ਦੱਸਾਂਗੇ ਕਿ ਇਸ ਵਾਈਟ ਕਾਲਰ ਕ੍ਰਾਈਮ 'ਚ ਸ਼ਾਮਿਲ ਪੁਲਿਸ ਅਫਸਰਾਂ ਬਾਰੇ ਜਿਨ੍ਹਾਂ ਨੇ ਇਹਨਾਂ ਘਪਲੇਕਾਰੀਆਂ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਂ ਠੰਡੇ ਬਸਤੇ 'ਚ ਪਾਈ ਰੱਖਿਆ। ਇਹ ਵੀ ਦੱਸਾਂਗੇ ਕਿ ਸਾਡੀ ਘੋਖ ਸ਼ੁਰੂ ਹੋਣ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਦਾ ਹੁਣ ਕੀ ਰੁਖ ਹੈ, ਤੇ ਇਹ ਵੀ ਦੱਸਾਂਗੇ ਕਿ ਜਿਹੜੇ ਲੋਕ ਦੋਸ਼ੀ ਨੇ ਜਿਨ੍ਹਾਂ ਤੇ ਘਪਲੇ ਦਾ ਆਰੋਪ ਹੈ ਉਹਨਾਂ ਨੇ ਸਾਨੂੰ ਕਿਵੇਂ ਅੱਧੀ ਪਚੱਧੀ ਕੱਚੀ ਪੱਕੀ ਜਾਣਕਾਰੀ ਦੇ ਕੇ ਸਾਡੀ ਇਸ ਖਬਰ ਨੂੰ ਦਿਸ਼ਾਹੀਨ ਕਰਨ ਦੀ ਕੋਸ਼ਿਸ਼ ਕੀਤੀ। आओ शुरू करते हैं एजेंडा। सत श्री अकाल, नमस्कार, आदाब अर्ज़ है। एक प्राइवेट कंपनी मैसेज पार बॉयल्ड राइस मिल्स प्राइवेट लिमिटेड, विलेज मिशरीवाला, जिला ते तहसील फिरोजपुर, सितंबर 1995 पंजाब वित्त निगम यानी कि PFC पंजाब फाइनेंशियल कारपोरेशन तो 1 करोड़ 12 ਲੱਖ ਰੁਪਏ ਦਾ ਕਰਜ਼ਾ ਲੈਂਦੀ ਹੈ। ਇਸ ਤੇ ਮਾਲਕ ਹੁੰਦੇ ਨੇ ਹਰਜਿੰਦਰ ਸਿੰਘ ਉਰਫ ਬਿੱਟੂ ਸਾਂਗਾ, ਜਿਹੜੇ ਕਿ ਹੁਣ ਐਕਸ MLA ਹੋਏ, ਪਹਿਲਾਂ MLA ਪਰਮਿੰਦਰ ਸਿੰਘ ਪਿੰਕੀ ਦੇ ਸਕੇ ਸਾਲੇ ਨੇ। ਦੂਜੇ ਨੰਬਰ ਤੇ ਇਸ ਕੰਪਨੀ ਦੇ ਮਾਲਕ ਹੁੰਦੇ ਨੇ ਉਮਾ ਸ਼ੰਕਰ। ਤੀਜੇ ਨੰਬਰ ਤੇ ਜੋਗਿੰਦਰਪਾਲ। ਰਿਕਾਰਡ ਦੇ ਮੁਤਾਬਕ ਇਹ ਕੰਪਨੀ ਦਾ ਸੈਟਅਪ ਰਾਈਸ ਸ਼ੈਲਰ ਹੋਇਆ 1997 ਤੋਂ ਲੈ ਕੇ 1998 ਤੱਕ। PFC ਨੇ ਕਰਜ਼ਾ ਦੇਣ ਵੇਲੇ ਇਸ ਕੰਪਨੀ ਤੋਂ 6.5 ਏਕੜ ਜ਼ਮੀਨ ਗਹਿਣੇ ਰੱਖੀ, ਮੌਰਗੇਜ ਕਰਾਈ। ਪਰ ਜਦੋਂ ਇਹਨਾਂ ਘਪਲਾਕਾਰੀਆਂ ਨੇ ਸਰਕਾਰੀ ਪੈਸੇ ਦੀਆਂ ਕਿਸ਼ਤਾਂ ਤੋੜਤੀਆਂ, ਅਦਾਇਗੀ ਨਹੀਂ ਕੀਤੀ, ਤਾਂ PFC ਨੇ 2013 ਦੇ ਵਿੱਚ ਸਾਈਟ ਵਿਜ਼ਿਟ ਕਰਵਾਈ। ਯਾਨੀ ਕਿ 13 ਸਾਲ ਇਹ 2 ਸਾਲ ਪਿਛਲੇ 15 ਸਾਲ ਬਾਅਦ PFC ਨੇ ਇਹ ਕੋਸ਼ਿਸ਼ ਕੀਤੀ ਕਿ ਦੇਖਿਆ ਜਾਏ ਕਿਸ਼ਤਾਂ ਕਿਉਂ ਨਹੀਂ ਆ ਰਹੀਆਂ, ਕੀ ਰਾਈਸ ਮਿਲ ਦਾ ਵਪਾਰ ਠੀਕ ਠਾਕ ਚੱਲ ਰਿਹਾ ਕਿ ਨਹੀਂ। ਉਹ ਕੀ ਦੇਖਦੇ ਆ ਕਿ ਮਸ਼ੀਨਰੀ ਤਾਂ ਹੈ ਹੀ ਨਹੀਂ, ਰਾਈਸ ਸ਼ੈਲਰ ਤਾਂ ਹੈ ਹੀ ਨਹੀਂ, ਚੱਲਦਾ ਹੀ ਨਹੀਂ। ਸਿਰਫ ਉੱਥੇ ਇੱਕ ਇਮਾਰਤ ਹੈ ਜਿਹੜੀ ਕਿ ਖਾਲੀ ਹੈ ਤੇ ਉਹਦੇ ਵਿੱਚ ਰਾਈਸ ਸ਼ੈਲਿੰਗ ਦਾ ਧੰਦਾ ਨਹੀਂ ਚੱਲ ਰਿਹਾ। ਫਿਰ PFC ਦੇ ਡਿਪਟੀ ਮੈਨੇਜਰ ਹਰਜੀਤ ਸਿੰਘ ਇੱਕ ਸ਼ਿਕਾਇਤ ਕਰਦੇ ਆ ਉਸ ਵਕਤ ਦੇ SSP ਫਿਰੋਜ਼ਪੁਰ 5815 ਨੂੰ FIR ਨੰਬਰ 139 ਪੁਲਿਸ ਸਟੇਸ਼ਨ ਘੱਲ ਖੁਰਦ ਵਿੱਚ ਦਰਜ ਹੋ ਜਾਂਦਾ। ਗ੍ਰਿਫਤਾਰੀ ਕਿਸੇ ਦੀ ਨਹੀਂ ਹੁੰਦੀ। 2017 'ਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਬਣ ਜਾਂਦੀ ਹੈ ਤੇ ਪਰਮਿੰਦਰ ਸਿੰਘ ਪਿੰਕੀ ਵੀ MLA ਬਣ ਜਾਂਦੇ ਹੈ। ਬਿੱਟੂ ਸਾਂਗਾ ਦੇ ਜੀਜਾ ਜੀ ਬੜੇ ਪ੍ਰਭਾਵਸ਼ਾਲੀ ਬਣ ਜਾਂਦੇ ਆ। ਫਿਰ ਅੱਗੇ ਕੀ ਹੁੰਦਾ ਕਿ ਕਾਂਗਰਸ ਦੀ ਸਰਕਾਰ ਵੇਲੇ ਬਿੱਟੂ ਜੀ ਦੇ ਜੀਜਾ ਜੀ ਆਪਣੀ ਕੋਸ਼ਿਸ਼ ਕਰਕੇ ਫਿਰੋਜ਼ਪੁਰ ਦੇ ਵਿੱਚ ਇਸ ਮਾਮਲੇ ਨੂੰ ਬੰਦ ਕਰਾਉਣ ਦੀ ਕੋਸ਼ਿਸ਼ ਕਰਦੇ ਆ ਤੇ ਫਿਰ FIR ਕੈਂਸਲ ਲਈ ਜਾਂਚ ਸ਼ੁਰੂ ਹੋ ਜਾਂਦੀ ਆ। SSP ਗੌਰਵ ਗਰਗ ਵੇਲੇ ਇਹ ਪਹਿਲੀ ਜਾਂਚ ਸ਼ੁਰੂ ਹੋਈ। ਕੁੱਲ ਹੋਈਆਂ 2 ਜਾਂਚਾਂ, ਕਿਉਂਕਿ ਜਿਹੜੇ 3 ਇਹ ਡਾਇਰੈਕਟਰ ਸੀ, ਕੰਪਨੀ ਦੇ ਮਾਲਕ ਸੀ, ਇਹਨਾਂ ਨੇ ਵੱਖ-ਵੱਖ ਦਰਖਾਸਤਾਂ ਦੇ ਕੇ ਮੰਗ ਕੀਤੀ ਕਿ ਜੀ ਇਹ ਪਰਚਾ ਝੂਠਾ। ਜਾਂਚ ਜਦੋਂ ਹੋਈ ਤਾਂ ਪਤਾ ਲੱਗਿਆ ASI ਗੁਰਮੇਲ ਸਿੰਘ ਨੇ
PFC ਤੋਂ ਰਿਕਾਰਡ ਦੇਖ ਕੇ ਰਿਪੋਰਟ ਕੀਤਾ ਕਿ ਇਹਨਾਂ ਲੋਕਾਂ ਨੇ 14.64 ਕਰੋੜ ਰੁਪਇਆ ਸਰਕਾਰੀ ਖਜ਼ਾਨੇ ਦਾ ਵਾਪਸ ਕਰਨਾ ਹੈ। ਇਹ ਪੈਸਾ ਸੀਗਾ 2014 ਤੱਕ, ਤੇ ਇਹ ਰਿਪੋਰਟ ਲੈ ਕੇ ਆਉਂਦੇ ਆ ਜਿਹੜੇ ASI ਸਾਹਿਬ ਆ 2017 'ਚ, ਯਾਨੀ ਕਿ 3 ਸਾਲ ਤੱਕ PFC ਦੇ ਅਧਿਕਾਰੀਆਂ ਨੇ ਵਿਆਜ ਹੀ ਕੈਲਕੂਲੇਟ ਹੀ ਨਹੀਂ ਕੀਤਾ। ਪੈਸੇ ਯਾਨੀ ਕਿ ਜਿਹੜਾ ਪ੍ਰਿੰਸੀਪਲ ਅਮਾਊਂਟ ਆ ਉਹ ਵਾਪਸ ਕਰਾਉਣ ਦੀ ਕੋਸ਼ਿਸ਼ ਤਾਂ ਕੀ ਕਰਨੀ ਸੀ, 3 ਸਾਲ ਵਿਆਜ ਹੀ ਕੈਲਕੂਲੇਟ ਨਹੀਂ ਕੀਤਾ। ਇਨਕੁਆਇਰੀ ਸ਼ੁਰੂ ਹੋ ਜਾਂਦੀ ਆ। ਪਹਿਲੀ ਇਨਕੁਆਇਰੀ ਦੇ ਵਿੱਚ ਇਹ ਪਾਇਆ ਜਾਂਦਾ ਕਿ ਭਾਵੇਂ ਜਿਹੜਾ ਇਹਨਾਂ ਦਾ ਦਾਅਵਾ ਸੀ ਡਾਇਰੈਕਟਰਸ ਦਾ ਕਿ ਜੀ ਉਮਾ ਸ਼ੰਕਰ ਦਾ ਪਹਿਲਾ ਦਾਅਵਾ ਕਿ ਮੈਂ ਕੰਪਨੀ ਛੱਡ ਚੁੱਕਿਆ 97 ਦੇ ਵਿੱਚ, ਤੇ ਇਹਦੀ ਜਿਹੜੀ ਕ੍ਰਿਮੀਨਲ ਤੇ ਸਿਵਲ ਲਾਇਬਿਲਿਟੀ ਆ ਉਹ ਨਵੇਂ ਡਾਇਰੈਕਟਰਾਂ ਦੀ ਆ, ਸੋ ਮੇਰੇ ਤੇ ਪਰਚਾ ਗਲਤ ਦਰਜ ਕਰ ਲਿਆ, ਤੁਸੀਂ ਇਹਨੂੰ ਰੱਦ ਕਰਤਾ ਜਾਏ। ਇਹ ਮਾਮਲਾ ਜਦੋਂ ਅੱਗੇ ਵੱਧਦਾ ਤਾਂ ਫਿਰ ਉਸ ਤੇ ਲਈ ਜਾਂਦੀ ਹੈ ਲੀਗਲ ਰਾਏ। ਡਿਸਟ੍ਰਿਕਟ ਅਟਾਰਨੀ ਅਵਤਾਰ ਸਿੰਘ ਸਲਾਹ ਦਿੰਦੇ ਆ ਕਿ ਜਿਹੜੀਆਂ ਲੋਨ ਦੀਆਂ ਕਿਸ਼ਤਾਂ ਸੀ ਉਹਨਾਂ ਦੇ ਮੁਤਾਬਕ ਇਹਨਾਂ ਤੋਂ ਲਾਇਬਿਲਿਟੀ ਹਟਾਈ ਨਹੀਂ ਜਾ ਸਕਦੀ ਤੇ ਇਹਦੇ ਪਰਚੇ ਚੋਂ ਕੱਢੇ ਨਹੀਂ ਜਾ ਸਕਦੇ। ਉਸ ਵਕਤ ਫਿਰੋਜ਼ਪੁਰ ਦੇ IG ਰੇਂਜ ਦੇ ਹੁੰਦੇ ਸੀ MS ਛੀਨਾ ਸਾਹਿਬ ਦੇ ਅੰਡਰ ਆਉਂਦੀ ਸੀ। ਛੀਨਾ ਸਾਹਿਬ ਨੇ ਲਿਖਿਆ ਬਈ ਜੋ DA ਨੇ ਐਡਵਾਈਸ ਕੀਤੀ ਆ ਉਹਦੇ ਮੁਤਾਬਕ ਇਹਨਾਂ ਨੂੰ ਪਰਚੇ ਚੋਂ ਕੱਢਣਾ ਠੀਕ ਨਹੀਂ। ਫਿਰ ਅੱਗੇ ਤੁਹਾਨੂੰ ਦੱਸਦੇ ਆ ਬੜੀ ਦਿਲਚਸਪ ਗੱਲ ਆ ਕਿ IG ਦਾ ਤਬਾਦਲਾ ਹੋ ਜਾਂਦਾ। IG ਗਏ ਕਿਤੇ, ਨਵੇਂ IG ਸਾਹਿਬ ਆ ਜਾਂਦੇ ਆ B ਚੰਦਰ ਸ਼ੇਖਰ। ਇੱਕ ਦਰਖਾਸਤ ਹੋਰ ਦਿੱਤੀ ਜਾਂਦੀ ਆ, ਉਹ 'ਚ ਫਿਰ ਇਹੀ ਕਿਹਾ ਜਾਂਦਾ ਕਿ ਜੀ ਅਸੀਂ ਬੇਕਸੂਰ ਹਾਂ, ਤੇ ਫਿਰ B ਸ਼ੇਖਰ IG ਸਿੱਧਾ ਹੀ ਮਾਰਕ ਕਰਦੇ ਆ ਇਸ ਐਪਲੀਕੇਸ਼ਨ ਨੂੰ ਉਸ ਵਕਤ ਦੇ SP ਇਨਵੈਸਟੀਗੇਸ਼ਨ, ਜਿਨ੍ਹਾਂ ਨੂੰ ਡਿਟੈਕਟਿਵ ਵੀ ਕਹਿਤਾ ਜਾਂਦਾ ਹੈ, ਅਜਮੇਰ ਸਿੰਘ ਬਾਠ ਨੂੰ। ਅਜਮੇਰ ਸਿੰਘ ਬਾਠ ਆਪਣੀ ਸਮਝ ਦੇ ਮੁਤਾਬਕ ਘੋਖ ਕਰਦੇ ਆ ਤੇ ਉਹ ਰਿਪੋਰਟ ਦਿੰਦੇ ਆ ਜੀ ਗੱਲ ਤਾਂ ਇਹਨਾਂ ਦੀ ਠੀਕ ਆ। ਇਹ ਤਿੰਨੇ ਦੇ ਤਿੰਨ ਜਿਹੜੇ ਮੁੱਢਲੇ ਡਾਇਰੈਕਟਰ ਸੀ ਜਿਨ੍ਹਾਂ ਨੇ ਲੋਨ ਲਿਆ ਸੀ ਉਹ ਤਾਂ ਹੁਣ ਕੰਪਨੀ ਦੇ ਵਿੱਚ ਹੈ ਹੀ ਨਹੀਂ, ਤੇ ਇਹਨਾਂ ਦੀ ਥਾਂ ਤੇ ਤਾਂ 6 ਹੋਰ ਪੈ ਗਏ। ਇਹ 6 ਜਿਹੜੇ ਡਾਇਰੈਕਟਰ ਸੀ ਜੀ ਉਹਨਾਂ ਦੇ ਨਾਂ ਹੈਗੇ ਆ ਅਸ਼ੋਕ ਕੁਮਾਰ, ਸ਼ਾਮ ਲਾਲ ਤੇ ਸੁਰਿੰਦਰ ਲਾਲ, ਪ੍ਰਕਾਸ਼ ਗੱਖੜ, ਗੁਰਦੀਪ ਚੰਦ ਅਤੇ ਕੇਵਲ ਕ੍ਰਿਸ਼ਨ। ਤੇ ਜਦੋਂ ਨਵੇਂ ਡਾਇਰੈਕਟਰ ਬਣ ਗਏ ਜੀ ਫਿਰ SP ਸਾਹਿਬ ਬਾਠ ਸਾਹਿਬ ਕਹਿੰਦੇ ਆ ਜੀ ਉਹਨਾਂ ਦਾ ਕਸੂਰ ਬਣਦਾ, ਉਹਨਾਂ ਤੋਂ ਪੁੱਛਿਆ ਜਾਣਾ ਚਾਹੀਦਾ ਕਿ ਇਹਦੇ ਵਿੱਚ ਜਿਹੜੀ ਰਾਈਸ ਸ਼ੈਡਰ ਦੀ ਮਸ਼ੀਨਰੀ ਗੁੰਮ ਹੋਈ ਆ, ਗਾਇਬ ਹੋਈ ਆ, ਖੁਰਦ-ਬੁਰਦ ਹੋਈ ਆ, ਉਹ ਕਿੱਥੇ ਆ। ਖੈਰ ਜਦੋਂ ਇਹ ਮਾਮਲਾ B ਚੰਦਰ ਸ਼ੇਖਰ IG ਕੋਲ ਜਾਂਦਾ ਉਹ ਕਹਿੰਦੇ ਜੀ ਕਾਨੂੰਨੀ ਰਾਏ ਲੈ ਲਈਏ। ਕਾਨੂੰਨੀ ਰਾਏ ਲਈ ਜਾਂਦੀ ਆ ਅੰਮ੍ਰਿਤਪਾਲ ਸਿੰਘ DA ਤੋਂ, ਉਹਨਾਂ ਦੀ ਵੀ ਤੁਹਾਨੂੰ ਅਸੀਂ ਆਡੀਓ ਸੁਣਾਵਾਂਗੇ। ਪਹਿਲਾਂ ਆਉਂਦੇ ਆ ਕਿ ਜਿਹੜਾ ਲੋਨ ਦਿੱਤਾ PFC ਨੇ ਉਹਦੇ ਵਿੱਚ ਕੰਡੀਸ਼ਨ ਕੀ ਸੀ, ਸਭ ਤੋਂ ਪ੍ਰਮੁੱਖ ਕੰਡੀਸ਼ਨ ਉਹ ਜ਼ਰਾ ਸੁਣ ਲਓ, ਅੰਗਰੇਜ਼ੀ 'ਚ ਮੈਂ ਦੱਥਾ ਕਰ ਦੂੰ। ਕਹਿੰਦੇ ਆ ਜੀ ਪਾਰਟਨਰਸ ਸ਼ੈਲ ਨਾਟ ਰਿਮੂਵ, ਟ੍ਰਾਂਸਫਰ or add others or part with said plant and machinery and other assets mortgaged with corporation without previous यानी कि prior written permission of the PFC। ਹੁਣ ਇਹਦਾ ਪੰਜਾਬੀ ਲੱਥਾ ਬਣਦਾ ਦੋਸਤੋ ਕਿ ਇਹ ਜਿਹੜੇ ਕੰਪਨੀ ਵਾਲੇ ਡਾਇਰੈਕਟਰ ਆ ਇਹ ਸਾਡੀ ਮਨਜ਼ੂਰੀ ਤੋਂ ਬਿਨਾਂ ਕਿਸੇ ਨੂੰ ਵੀ ਕੰਪਨੀ 'ਚੋਂ ਹਟਾ ਨਹੀਂ ਸਕਦੇ, ਕਿਸੇ ਨੂੰ ਐਡ ਨਹੀਂ ਕਰ ਸਕਦੇ, ਟ੍ਰਾਂਸਫਰ ਨਹੀਂ ਕਰ ਸਕਦੇ, ਇਸ ਪਲਾਂਟ ਨੂੰ ਵੇਚ ਵੱਟ ਨਹੀਂ ਸਕਦੇ, ਇਹਦੀ ਮਸ਼ੀਨਰੀ ਨੂੰ ਵੇਚ ਵੱਟ ਨਹੀਂ ਸਕਦੇ, ਤੇ ਜਿਹੜੇ ਅਸੈਟ ਸਾਨੂੰ ਇਹਨਾਂ ਨੇ ਗਹਿਣੇ ਕੀਤੇ ਆ, ਮੌਰਗੇਜ ਕੀਤੇ ਆ, ਉਹਨਾਂ ਨੂੰ ਕਿਸੇ ਪਾਸੇ ਹੋਰ ਨਹੀਂ ਵੇਚ ਸਕਦੇ, ਕਿਸੇ ਹੋਰ ਦੇ ਨਾਮ ਨਹੀਂ ਕਰਾ ਸਕਦੇ ਜਦੋਂ ਤੱਕ PFC ਪ੍ਰਵਾਨਗੀ ਨਾ ਦੇ ਦੇ, ਸਾਡੀ ਮਨਜ਼ੂਰੀ। ਮਗਰ ਜੇ ਤੁਸੀਂ ਨਵੇਂ ਡਾਇਰੈਕਟਰ ਪਾਉਣੇ ਆ ਤਾਂ ਫਿਰ PFC ਫੈਸਲਾ ਕਰੂਗੀ ਕਿ ਉਹ ਬੰਦਿਆਂ ਦਾ ਫਾਈਨੈਂਸ਼ੀਅਲ ਸਟੇਟਸ ਕੀ ਆ, ਉਹ ਜਿਹੜੇ ਤੁਹਾਡੇ ਰਾਈਸ ਮਿੱਲ ਖਰੀਦ ਰਹੇ ਆ ਉਹਨਾਂ ਦਾ ਪਿਛੋਕੜ ਕੀ ਆ,
ਉਹਨਾਂ ਕੋਲ ਜ਼ਮੀਨ ਜਾਇਦਾਦ ਕਿੰਨੀ ਆ, ਕੀ ਉਹ ਤੁਹਾਡੀ ਪ੍ਰੋਪਰਟੀ ਅਸੀਂ ਛੱਡ ਦਈਏ ਤੇ ਉਹਨਾਂ ਦੀ ਰੱਖ ਲਈਏ, ਫਿਰ ਤਾਂ ਗੱਲ ਠੀਕ ਆ, ਬਰਾਬਰ ਦੀ ਉਨੀ ਕੀਮਤ ਦੀ। ਜੇ ਉਹਨਾਂ ਕੋਲ ਉਸ ਬਰਾਬਰ ਦੀ ਪ੍ਰੋਪਰਟੀ ਹੈ ਨਹੀਂ ਤੇ ਉਹ ਗਰੰਟਰ ਨਹੀਂ ਬਣ ਸਕਦੇ, ਯਾਨੀ ਕਿ ਮੌਰਗੇਜ ਨਹੀਂ ਕਰ ਸਕਦੇ, ਤੇ ਫਿਰ ਉਹ ਡਾਇਰੈਕਟਰ ਕੰਪਨੀ ਦੇ ਵਿੱਚ ਸ਼ਾਮਲ ਨਹੀਂ ਕੀਤੇ ਜਾ ਸਕਦੇ, ਕਿਉਂਕਿ ਲੋਕਾਂ ਦੇ ਕਰੋੜਾਂ ਰੁਪਏ ਦਾ ਇਹਦੇ ਵਿੱਚ ਲੈਣ ਦੇਣਾ, ਯਾਨੀ ਕਿ ਇਨਵੋਲਵਮੈਂਟ ਆ। ਅੱਗੇ ਆਉਂਦੇ ਆ 2017 ਦੇ ਵਿੱਚ ਇਹ 3 ਮੁੱਢਲੇ ਮਾਲਕਾਂ ਨੇ ਪੁਲਿਸ ਨੂੰ ਦਲੀਲ ਦਿੱਤੀ ਕਿ ਜੀ ਮਸ਼ੀਨਰੀ ਗਾਇਬ ਹੋਈ ਹੈ 2013 'ਚ, ਜਦੋਂ ਡਿਪਟੀ ਮੈਨੇਜਰ ਆ ਕੇ PFC ਦੇ ਸਾਈਟ ਵਿਜ਼ਿਟ ਕਰਕੇ ਗਏ। ਹੁਣ 2013 ਦਾ ਮਾਮਲਾ, ਅਸੀਂ ਤਾਂ 1997 ਤੋਂ ਲੈ ਕੇ 99 ਤੱਕ ਨਿਕਲ ਗਏ, ਕੰਪਨੀ 'ਚ ਹੈ ਹੀ ਨਹੀਂ, ਤੇ ਫਿਰ ਸਾਡਾ ਕਸੂਰ ਤੁਸੀਂ ਕਿਵੇਂ ਕੱਢੀ ਜਾਂਦੇ ਹੋ? ਤੇ ਇਹਦੇ ਵਿੱਚ ਉਹਨਾਂ ਨੇ ਕਿਹਾ ਜੀ ਸਾਡੀ ਤਾਂ ਕੋਈ ਕ੍ਰਿਮੀਨਲ, ਸਿਵਲ ਯਾਨੀ ਕਿ ਫੌਜਦਾਰੀ ਤੇ ਦੀਵਾਨੀ ਲਾਇਬਿਲਿਟੀ ਨਹੀਂ ਬਣਦੀ। ਫਿਰ ਅੱਗੇ ਕੀ ਹੁੰਦਾ? ਪਹਿਲੀ ਰਿਪੋਰਟ 'ਚ ਜਿਹੜੀ ਇਨਕੁਆਇਰੀ ਰਿਪੋਰਟ ਹੁੰਦੀ ਆ ਉਹਦੇ ਤੇ ਤਾਂ ਛੀਨਾ ਸਾਹਿਬ ਕਹਿ ਦਿੰਦੇ ਆ ਵੀ ਜੋ DA ਲੀਗਲ ਅਵਤਾਰ ਸਿੰਘ ਨੇ ਕਿਹਾ ਕਿ ਪਰਚੇ 'ਚੋਂ ਕੱਢੇ ਨਹੀਂ ਜਾ ਸਕਦੇ, ਤੇ ਫਿਰ ਉਹ ਗੱਲ ਨੂੰ ਮੰਨੋ, ਨਹੀਂ ਕੱਢੇ ਜਾ ਸਕਦੇ। ਫਿਰ ਜਦੋਂ ਦੂਜੀ ਇਨਕੁਆਇਰੀ ਹੋਈ B ਚੰਦਰ ਸ਼ੇਖਰ ਵੇਲੇ, ਤੇ ਉਦੋਂ IG ਨੇ ਵੀ ਓਕੇ ਕਰਤਾ, ਕਿਉਂਕਿ DA ਨੇ ਲਿਖਤਾ ਅੰਮ੍ਰਿਤਪਾਲ ਸਿੰਘ ਨੇ, ਕਹਿੰਦੇ ਜੀ ਤੁਸੀਂ ਇਹ ਤਾਂ ਬੇਕਸੂਰ ਫਸਾਦ ਤੇ ਤੁਸੀਂ ਇਹਨਾਂ ਨੂੰ ਕੱਢ ਦਿਓ, ਇਹ ਕੱਢਣੇ ਜਾਇਜ਼ ਆ। ਹੁਣ ਤੁਹਾਨੂੰ ਦੱਸਦੇ ਹਾਂ ਕਿ DA ਲੀਗਲ ਨੇ ਸਾਡੇ ਨਾਲ ਗੱਲਬਾਤ ਦੇ ਵਿੱਚ ਕੀ ਕਿਹਾ। ਲਓ ਆਡੀਓ ਸੁਣੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰਦਾਰ ਅੰਮ੍ਰਿਤਪਾਲ ਸਿੰਘ ਜੀ, ਮੈਂ ਰਜਿੰਦਰ ਸਿੰਘ ਤੱਗੜ ਬੋਲ ਰਿਹਾ ਜੀ, ਜਰਨਲਿਸਟ ਹਾਂ ਚੰਡੀਗੜ੍ਹ ਤੋਂ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਬਾਈ ਜੀ, ਮੈਂ ਨਾ ਇੱਕ ਖਬਰ ਕਰ ਰਿਹਾ ਸੀ ਜੀ, ਉਹਦੇ ਵਿੱਚ ਤੁਹਾਡਾ ਕੁਛ ਉਹ 'ਚ ਮੈਂ ਪੜ੍ਹਿਆ ਹੈਗਾ, ਲਿਖਿਆ ਹੋਇਆ। ਇਹ ਜਿਹੜਾ ਮਾਮਲਾ ਹੈਗਾ, ਇਹ ਤੁਹਾਨੂੰ ਯਾਦ ਹੋਣਾ, ਪਰਚਾ ਦਰਜ ਹੋਇਆ ਸੀ 2015 ਚ। ਇਹ FIR ਨੰਬਰ ਹੈਗਾ 139 ਪੁਲਿਸ ਸਟੇਸ਼ਨ ਘੱਲ ਖੁਰਦ ਜੀ। ਇਹਦੇ ਵਿੱਚ ਜੀ ਇਸ ਤਰ੍ਹਾਂ ਸੀ ਕਿ ਇੱਕ ਰਾਈਸ ਸ਼ੈਲਰ ਸੀ, ਮੈਸਰਸ ਪਾਰ ਬੋਇਲਡ ਰਾਈਸ ਮਿਲਜ਼ ਪ੍ਰਾਈਵੇਟ ਲਿਮਟਿਡ। ਉਹਨਾਂ ਨੇ ਕੁਝ ਆਪਣੇ ਡਾਇਰੈਕਟਰ ਚੇਂਜ ਕਰ ਲਏ ਸੀ, ਮਤਲਬ ਕਿ ਜਿਹੜੇ ਓਰੀਜਨਲ ਸੀ ਉਹ ਨਿਕਲ ਗਏ ਸੀ, ਜਿਹੜੇ ਬਾਅਦ ਚ ਉਹਨਾਂ ਨੇ 6 ਹੋਰ ਕਰ ਲਏ ਐਡ। ਉਹ ਤੇ ਲਾਇਬਿਲਿਟੀ ਸੀ ਕਈ ਕਰੋੜ ਦੀ, ਤੇ ਉਹ ਚ ਫਿਰ ਪਰਚਾ ਉਹਨਾਂ ਨੇ ਇਨਕੁਆਰੀ ਲਾਈ ਵੀ ਇਸ ਤਰ੍ਹਾਂ ਨਿਕਲ ਗਏ, ਸਾਡੇ ਦਾ ਪਰਚਾ ਗਲਤ ਦਰਜ ਹੋ ਗਿਆ। ਉਹਦੇ ਕੰਡੀਸ਼ਨ ਸੀ ਵਕੀਲ ਸਾਹਿਬ ਕਿ partners shall not remove, transfer or add others or part with said plant and machinery and other assets mortgaged with corporation without previous written permission of PFC। ਜੀ। ਤੇ ਜਨਾਬ ਨੇ ਐਡਵਾਈਸ ਦਿੱਤੀ ਆ ਫਾਈਲ ਤੇ ਬਈ ਪਰਚਾ ਕੈਂਸਲ ਕਰ ਦਿਓ, ਕਿਉਂਕਿ ਇਹ ਬੰਦੇ ਪਹਿਲਾਂ 2097 ਤੋਂ ਲੈ ਕੇ 99 ਤੱਕ ਡਾਇਰੈਕਟਰ ਹੈ ਨਹੀਂ ਸੀ। ਹੁਣ ਯਾਦ ਵੀ ਪੁਰਾਣੀ ਗੱਲ ਹੈ, ਹੁਣ ਐਵੇਂ ਕੀ ਕਹਿ ਸਕਦਾ, ਬਿਨਾਂ ਫਾਈਲ ਦੇਖੇ ਬਿਨਾਂ ਫੈਕਟਸ ਨੂੰ ਕੀ ਯਾਦ ਰਹਿੰਦੇ। ਹਾਂ ਨਹੀਂ, ਉਹ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤੇ ਆ ਵੀ ਉਹ ਬੰਦੇ ਉਹਨਾਂ ਨੇ ਜਿਹੜੇ ਓਰੀਜਨਲ ਲੋਨੀ ਸੀ, ਜਿਹਨਾਂ ਨੇ ਲੋਨ ਲਿਆ ਸੀ, ਉਹਨਾਂ ਤੇ ਲਾਇਬਿਲਿਟੀ ਕੋਈ ਓਪੀਨੀਅਨ ਕੇਸ ਲਈ ਆਈ ਹੋਊਗੀ, ਕੋਈ ਪੁਲਿਸ ਨੇ ਉਹਦਾ ਓਪੀਨੀਅਨ ਆਪਦਾ ਫਾਰਮ ਕੀਤਾ ਹੋਊਗਾ, ਮੇਰੇ ਹੁਣ ਧਿਆਨ ਚ ਨਹੀਂ, ਮੈਂ ਐਵੇਂ ਕਹਾਂ। ਹਾਂਜੀ, ਪੁਲਿਸ ਨੇ ਤਾਂ ਆਪਣੀ ਕਰਕੇ ਰਿਕਮੈਂਡੇਸ਼ਨ ਬਈ ਇਹ ਬੰਦਿਆਂ ਨੂੰ ਕੱਢਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਹੇਠੋਂ। ਆਪਣਾ SP ਅਜਮੇਰ ਸਿੰਘ ਬਾਠ ਨੇ ਕੀਤੀ ਸੀ, ਉਦੋਂ ਸੀਗੇ IG ਸਾਹਿਬ B ਚੰਦਰ ਸ਼ੇਖਰ। ਫਿਰ ਤੁਹਾਡੇ ਕੋਲ ਆ ਗਈ ਫਾਈਲ, ਤੁਸੀਂ ਫਿਰ ਕਿਹਾ ਵੀ ਠੀਕ ਹੈ। ਗੱਲ ਹੈ ਸਰ, ਮਤਲਬ ਸੌਰੀ, ਮਤਲਬ ਮੈਂ ਤੁਹਾਨੂੰ ਬਿਨਾਂ ਸਾਰੇ ਫੈਕਟਸ ਗੋ ਥਰੂ ਹੋਏ ਮੈਂ ਕੋਈ ਕਮੈਂਟ ਕਰਾਂ? ਠੀਕ ਹੈ ਜੀ। ਪੁਰਾਣੀ ਗੱਲ ਹੈ ਨਾ ਸਰ, ਕਿਉਂਕਿ ਹੁਣ ਸਾਡੇ ਕੋਲ ਤਾਂ ਜਸਟ ਫॉर ਓਪੀਨੀਅਨ ਆਉਂਦੀ ਹੈ, ਜਦੋਂ ਜੋ ਉਦੋਂ ਫੈਕਟਸ ਦੇਖੇ ਉਹਦੇ ਮੁਤਾਬਕ ਜੋ ਪੁਲਿਸ ਨੇ ਰਿਕਮੈਂਡੇਸ਼ਨ ਕੀਤੀ ਉਹ ਫਾਈਲ ਦੇਖੀ ਉਹਦੇ ਮੁਤਾਬਕ ਭੇਜਤੇ ਜੀ। ਅੱਛਾ, ਜ਼ਿਆਦਾ ਸਾਨੂੰ ਵੀ ਯਾਦ ਨਹੀਂ ਰਹਿੰਦੇ ਨਾ ਜੀ।
ਨਹੀਂ ਤੁਸੀਂ ਫਿਰ ਜਦੋਂ ਇਹਨਾਂ ਦੀ ਰਿਕਮੈਂਡੇਸ਼ਨ ਪੜ੍ਹਦੇ ਹੋ ਪੁਲਿਸ ਵਾਲਿਆਂ ਦੀ, ਤੁਸੀਂ ਉਹਦੀ ਘੋਖ ਤਾਂ ਕਰਦੇ ਹੋਗੇ ਨਾ ਜੀ ਕਾਨੂੰਨੀ ਨੁਕਤਾ ਨਜ਼ਰ ਤੋਂ। ਸਰ ਉਦੋਂ ਦੇਖਿਆ ਹੋਊਗਾ। ਮੈਂ ਹੁਣ ਤੁਹਾਨੂੰ ਉਹੀ ਕਹਿ ਰਿਹਾ, ਮੈਂ ਹੁਣ ਐਟ ਪ੍ਰੈਜ਼ੈਂਟ ਮੈਂ ਕੁਝ ਨਹੀਂ ਕਹਿ ਸਕਦਾ ਕਿ ਕੋਈ ਕਮੈਂਟ ਨਹੀਂ ਕਰ ਸਕਦਾ ਜਿੰਨੀ ਦੇਰ ਠੀਕ ਹੈ ਕਿਉਂਕਿ ਉਦੋਂ ਜੋ ਫੈਕਟਸ ਹੋਣਗੇ ਉਹਦੇ ਅਕੋਰਡਿੰਗਲੀ ਜੋ ਫਾਈਲਸ ਜੋ ਉਹਨਾਂ ਨੇ ਰਿਪੋਰਟ ਦਿੱਤੀ ਹੋਊਗੀ ਜੀ। ਠੀਕ ਆ। ਵੈਸੇ ਜਦੋਂ ਇਹ ਪਰਚਾ ਏਦਾਂ ਰਿਕਮੈਂਡੇਸ਼ਨ ਹੋ ਜਾਂਦੀ ਆ ਫਿਰ ਕੋਰਟ 'ਚ ਜਾਂਦਾ, ਫਿਰ ਕੈਂਸਲ ਤਾਂ ਅਲਟੀਮੇਟਲੀ ਕੋਰਟ ਨੇ ਕਰਨਾ ਹੁੰਦਾ ਨਾ ਜੀ। ਬਿਲਕੁਲ ਕੋਰਟ ਹੀ ਅਲਟੀਮੇਟਲੀ ਫਾਈਨਲ ਡਿਸੀਜਨ ਤਾਂ ਕੋਰਟ ਦਾ ਹੀ ਹੁੰਦਾ ਜੀ। ਵਨਸ FIR ਹੋ ਜੇ ਨਾ ਫਿਰ ਤਾਂ ਕੋਰਟ ਹੀ ਅਲਟੀਮੇਟਲੀ ਉਹਦੇ ਤੇ ਆਪਦਾ ਓਪੀਨੀਅਨ ਫਾਰਮ ਕਰਦੀ ਹੈ ਜੀ। ਟਿਲ ਦੈਨ ਜਿੰਨੇ ਬੰਦੇ ਉਹ ਪਰਚੇ 'ਚ ਹੈਗੇ ਆ ਦੇ ਵਿਲ ਟੈਕਨੀਕਲੀ ਸਟੈਂਡ ਐਜ਼ ਅਕਿਊਜ਼ਡ। ਅਲਟੀਮੇਟਲੀ ਜਿੰਨੀ ਦੇਰ ਤੱਕ ਉਹਨਾਂ ਤੇ ਇੱਕ ਵਾਰੀ FIR ਹੋਗੀ ਕੋਰਟ ਨੂੰ ਕੁਐਸ਼ ਨਹੀਂ ਕਰਦੀ ਜੀ FIR ਨੂੰ, ਜਾਂ ਮਤਲਬ ਕੈਂਸਲੇਸ਼ਨ ਐਕਸੈਪਟ ਨਹੀਂ ਕਰਦੀ ਤਾਂ ਕੋਈ ਵੀ ਵੇਸ ਹੈ ਤਾਂ ਉਹ ਦੇ ਵਿਲ ਸਟੈਂਡ ਐਜ਼ ਅਕਿਊਜ਼। ਠੀਕ ਹੈ ਜੀ। ਜੇ ਪੁਲਿਸ ਚਾਹੇ ਉਹਨਾਂ ਨੂੰ ਗ੍ਰਿਫਤਾਰ ਕਰ ਸਕਦੀ ਹੈ ਜੇ ਚਾਹੇ। ਪੁਲਿਸ ਜਿੰਨੀ ਦੇਰ ਕੋਰਟ ਉਹਨੂੰ ਕੋਈ ਆਪਦੀ ਫਾਈਂਡਿੰਗ ਨਵੀਂ ਨਹੀਂ ਨਾ ਦਿੰਦੀ ਜੀ, ਕੋਰਟ ਮਤਲਬ ਪੁਲਿਸ ਸ਼ਿਓ ਮੋਟੋ ਕਦੇ ਨਹੀਂ ਕੁਛ ਕਰਦੀ ਕਿਉਂਕਿ ਜਿਵੇਂ ਮੰਨ ਲਓ ਕਿਸੇ ਪੁਲਿਸ ਦੇ ਸੀਨੀਅਰ ਅਫਸਰ ਨੇ ਕੋਈ ਰਿਪੋਰਟ ਕਿਸੇ ਬੰਦੇ ਦੇ ਫੇਵਰ 'ਚ ਕਰਤੀ ਹੈ ਹਾਂਜੀ ਤਾਂ ਉਸ ਤੋਂ ਬਾਅਦ ਹੁਣ ਜੇ SP ਨੇ ਕੀਤੀ ਹੈ ਤਾਂ ਇੱਕ SI ਜਾਂ ਸਬ ਇੰਸਪੈਕਟਰ ਕਿਵੇਂ ਉਹਨੂੰ ਅਰੈਸਟ ਕਰੂਗਾ? ਮਤਲਬ ਠੀਕ ਹੈ ਜੀ। ਇੱਕ ਰੂਟੀਨ 'ਚ ਨਹੀਂ ਪੰਗਾ ਲੈਂਦੇ ਗੇ। ਠੀਕ ਹੈ। ਜੇ ਕੋਰਟ ਕਹਿ ਦਿੰਦੀ ਹੈ ਵੀ ਤੁਸੀਂ ਇਹਨੂੰ ਰੀਇਨਵੈਸਟੀਗੇਟ ਕਰੋ ਜਾਂ ਇਹਨੂੰ ਫਰਦਰ ਇਨਵੈਸਟੀਗੇਟ ਕਰੋ ਫਿਰ ਉਹਦੇ ਅਕੋਰਡਿੰਗਲੀ ਪੁਲਿਸ ਆਪਦਾ ਜਿਹੜਾ ਹੈਗਾ ਫ੍ਰੀ ਹੋ ਜਾਂਦੀ ਹੈ ਜੀ। ਠੀਕ ਹੈ ਬਾਈ ਜੀ। ਮਤਲਬ ਇਹ ਹੋਇਆ ਬਈ ਜਿਹੜੀ ਇਹ ਰਿਪੋਰਟ ਪੁਲਿਸ ਨੇ ਰਿਕਮੈਂਡ ਕੀਤੀ ਆ ਵੀ ਕੈਂਸਲ ਕਰ ਦਿਓ, ਉਦੋਂ DIG B ਚੰਦਰ ਸ਼ੇਖਰ ਸੀ ਹਾਂਜੀ, ਤੇ ਇਹਦਾ ਮਤਲਬ ਹੁਣ ਜਿਹੜੀ ਮੌਜੂਦਾ ਟੀਮ ਆ ਪੁਲਿਸ ਦੀ ਉਹ ਤੇ ਉਨੀ ਦੇਰ ਤੱਕ ਕਾਰਵਾਈ ਨਹੀਂ ਕਰ ਸਕਦੀ ਜਦੋਂ ਤੱਕ ਅਦਾਲਤ ਨਾ ਕਹਿ ਦੇ। ਅਦਾਲਤ ਨੇ ਹੀ ਹੁਣ ਕਿਉਂਕਿ ਦੇਖੋ ਜਿਹੜੀ ਹੁਣ ਪੁਲਿਸ ਨੇ ਆਪਦੀ ਜੋ ਵੀ ਉਹਦੇ 'ਚ ਫਾਈਨਲ ਡਿਸੀਜਨ ਲਿਆ ਹਾਂਜੀ ਆਪਦੀ ਇਨਵੈਸਟੀਗੇਸ਼ਨ ਤੋਂ ਬਾਅਦ ਹਾਂਜੀ ਉਹ ਕੋਰਟ 'ਚ ਆਊਗੀ। ਕੀ ਕੋਰਟ ਉਹਦੇ ਨਾਲ ਸਹਿਮਤ ਹੁੰਦੀ ਹੈ? ਨਹੀਂ ਹੁੰਦੀ। ਜੇ ਕੋਰਟ ਕਹਿ ਦਿੰਦੀ ਨਹੀਂ I do not agree ਤਾਂ ਤੁਸੀਂ ਜਦੋਂ ਵਾਪਸ ਚਲੀ ਗਈ ਤਾਂ ਫਿਰ ਉਹ ਸਮਝ ਲਓ ਜ਼ੀਰੋ ਤੇ ਸਟੈਂਡ ਆ ਗਈ। ਫਿਰ ਉਸ ਤੋਂ ਬਾਅਦ ਜੋ ਪਹਿਲੀ ਇਨਵੈਸਟੀਗੇਸ਼ਨ ਹੋਈ ਇਨਕੁਆਇਰੀ ਹੋਈ ਹੈ ਜੋ ਵੀ ਹੋਇਆ ਉਹ ਮੀਨਿੰਗਲੈਸ ਹੋ ਜਾਂਦੀ ਹੈ ਜੀ। ਅੱਛਾ ਠੀਕ ਹੈ। ਫਿਰ ਉਸ ਤੋਂ ਬਾਅਦ ਪੁਲਿਸ ਇਜ਼ ਕੰਪੀਟੈਂਟ ਟੂ ਮਤਲਬ ਕੰਡਕਟ ਫ੍ਰੀ ਇਨਕੁਆਇਰੀ। ਉਹਦੇ 'ਚ ਇਨਵੈਸਟੀਗੇਸ਼ਨ ਜੋ ਵੀ ਉਹਨਾਂ ਨੂੰ ਲੱਗਦਾ ਹੈ ਫੈਕਟਸ ਨਵੇਂ ਆ ਰਹੇ ਆ ਜੋ ਰਿਕਾਰਡ ਤੇ ਉਹਦੇ ਮੁਤਾਬਕ ਦੇ ਆਰ ਫ੍ਰੀ ਟੂ ਡੂ ਜੀ। ਠੀਕ ਹੈ ਜੀ। ਤੁਸੀਂ ਕਿੱਥੇ ਪੋਸਟਡ ਹੋ ਜੀ ਹੁਣ ਸਰਦਾਰ ਅਮਰਿਤਪਾਲ ਸਿੰਘ ਜੀ? ਮੈਂ ਫਿਰੋਜ਼ਪੁਰੀ ਹਾਂ ਜੀ ਪੋਸਟਡ। DA ਲੀਗਲ ਜੀ। ਠੀਕ ਹੈ ਜੀ। ਧੰਨਵਾਦ ਜੀ ਸਾਹ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਸਰ। ਥੈਂਕ ਯੂ। ਅਸੀਂ ਇਸ ਮਾਮਲੇ ਦੀ ਹੋਰ ਘੋਖ ਕੀਤੀ। ਅਸੀਂ ਸੰਪਰਕ ਕੀਤਾ ਅਦਾਲਤ ਦੇ ਕੁਝ ਅਫਸਰਾਂ ਦੇ ਨਾਲ, ਪੁਲਿਸ ਦੇ ਅਫਸਰਾਂ ਨਾਲ। ਮੈਂ ਕਿਹਾ ਜੀ ਦੱਸਿਆ ਜਾਵੇ ਕਿ ਕੋਰਟ ਨੇ ਇਹ ਕੈਂਸਲੇਸ਼ਨ ਰਿਪੋਰਟ ਜਾਂ ਰਿਕਮੈਂਡੇਸ਼ਨ ਪੁਲਿਸ ਦੀ ਪ੍ਰਵਾਨ ਕਰ ਲਈ ਤੇ ਉਹਨਾਂ ਨੇ ਸਾਨੂੰ ਇਹ ਦੱਸਿਆ ਕਿ ਜੀ ਹਜੇ ਤੱਕ ਤਾਂ ਕੋਰਟ ਨੇ ਇਹੋ ਜਿਹਾ ਕੋਈ ਆਦੇਸ਼ ਨਹੀਂ ਦਿੱਤਾ। ਕੋਰਟ ਦੇ ਵਿੱਚ ਅਖੀਰਲੀ ਤਰੀਕ ਇਸ ਮਾਮਲੇ ਦੀ 2015 'ਚ ਪਈ ਸੀ ਜਦੋਂ ਇੱਕ ਅਪਰਾਧੀ ਨੇ ਬੇਲ ਐਪਲੀਕੇਸ਼ਨ ਲਾਈ। ਉਸ ਬੇਲ ਐਪਲੀਕੇਸ਼ਨ ਦੇ ਵਿੱਚ ਕਿਹਾ ਗਿਆ ਜੀ ਮੇਰਾ ਨਾਂ ਹੈ ਅਸ਼ੋਕ ਕੁਮਾਰ ਤੇ ਮੈਂ ਤਾਂ ਇਹ ਕੰਪਨੀ ਨਾਲ ਕੋਈ ਮੇਰਾ ਲੈਣਾ ਦੇਣਾ ਨਹੀਂ, ਮੇਰਾ ਤਾਂ ਨਾਮ ਐਵੇਂ ਡਾਇਰੈਕਟਰ ਵਜੋਂ ਪਾਤਾ। ਪਰ ਫਿਰ ਉੱਥੇ ਇੱਕ ਜਿਹੜਾ ਅਫਸਰ ਸੀ ਪੁਲਿਸ ਦਾ ਉਹਨੇ ਕਿਹਾ ਜੀ ਹਜੇ ਵਿਚਾਰ ਅਧੀਨ ਹੈ, ਇਨਕੁਆਇਰੀ ਹੋ ਰਹੀ ਹੈ ਜਾਂ ਸਭ ਜ਼ਮਾਨਤ ਨਾ ਦਿਓ। ਜ਼ਮਾਨਤ ਖੈਰ ਉਹਦੀ ਰੱਦ ਹੋ ਗਈ। 2015 ਤੋਂ ਬਾਅਦ 2024 ਤੱਕ ਇਸ ਮਾਮਲੇ ਤੇ ਇਸ ਕੇਸ ਤੇ ਕੋਈ ਜਾਂਚ ਨਹੀਂ ਹੋਈ, ਕੋਈ ਕਾਰਵਾਈ ਨਹੀਂ ਹੋਈ, ਕੋਈ ਮਤਲਬ ਕਿ ਚਾਲ ਹੀ ਨਹੀਂ ਚੱਲਿਆ। ਇਹ ਠੰਡੇ ਬਸਤੇ 'ਚ ਪੈ ਗਿਆ। ਤੇ ਤੁਸੀਂ ਹੁਣ ਦੇਖੋ ਕਿ ਪੁਲਿਸ ਅਫਸਰ ਇਨਕੁਆਇਰੀ ਕੰਪਲੀਟ ਨਹੀਂ ਕਰ ਰਹੇ, ਕੋਰਟ ਦੇ ਵਿੱਚ ਚਲਾਨ ਨਹੀਂ ਦੇ ਰਹੇ ਤੇ ਜਿਹੜੇ ਇਹ ਦੋਸ਼ੀ ਆ ਇਹ ਖੁੱਲੇ ਘੁੰਮ ਰਹੇ ਆ। ਸਰਕਾਰ ਦਾ ਇਹਨਾਂ ਤੇ ਹੁਣ ਜਿਹੜੀ ਲਾਇਬਿਲਿਟੀ ਆ ਸਾਨੂੰ ਦੱਸਿਆ ਗਿਆ ਐਸਟੀਮੇਟਡ ਅੰਦਾਜ਼ੇ ਦੇ ਮੁਤਾਬਕ 40 ਕਰੋੜ ਰੁਪਇਆ ਹੋ ਗਿਆ। ਇਹ 40 ਕਰੋੜ ਰੁਪਇਆ ਲੋਕਾਂ ਦਾ ਪੈਸਾ, ਇਹ ਵਿਆਜ ਦਰ ਵਿਆਜ ਲਾ ਕੇ 40 ਕਰੋੜ ਰੁਪਇਆ ਲੋਕਾਂ ਦਾ ਇਹਨਾਂ ਦੇ ਵੱਲ ਨਿਕਲਦਾ। ਇਸ ਮਾਮਲੇ 'ਚ ਹੋਰ ਡੂੰਘੇ ਜਾਂਦੇ ਹੋਏ
ਅਸੀਂ ਇੱਕ ਕਾਰਪੋਰੇਟ ਤੇ ਇਨਕਮ ਟੈਕਸ ਦੇ ਉੱਘੇ ਵਕੀਲ ਜਿਹੜੇ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੇ ਆ, ਦਿਨੇਸ਼ ਗੋਇਲ ਨਾਲ ਸੰਪਰਕ ਕੀਤਾ। ਜੋ ਸਾਨੂੰ ਦਿਨੇਸ਼ ਗੋਇਲ ਐਡਵੋਕੇਟ ਸਾਹਿਬ ਨੇ ਸੁਣਾਇਆ ਜਾਂ ਸਮਝਾਇਆ, ਆਓ ਤੁਸੀਂ ਵੀ ਸੁਣੋ। ਹੈਲੋ, ਮਿਸਟਰ ਦਿਨੇਸ਼ ਗੋਇਲ ਜੀ ਬੋਲ ਰਹੇ ਜੀ, ਐਡਵੋਕੇਟ ਸਾਹਿਬ? ਯੈਸ ਜੀ ਸਰ। ਦਿਨੇਸ਼ ਜੀ, ਮੈਨੂੰ ਇੱਕ ਤੁਸੀਂ ਕਲੈਰਿਟੀ ਦਿਓ। ਮੈਂ ਕੋਈ ਖਬਰ ਕਰ ਰਿਹਾ ਬਈ ਜਿਹੜਾ ਕਾਰਪੋਰੇਟ ਲਾਅ ਆ, ਓਕੇ, ਉਹਦੇ ਵਿੱਚ ਜਦੋਂ ਲੋਨ ਦਿੱਤਾ ਜਾਂਦਾ ਕਿਸੇ ਵੀ ਇੰਸਟੀਟਿਊਸ਼ਨ ਵੱਲੋਂ, ਰਾਈਟ ਸਰ, ਉਹ 'ਚ ਲਿਖਿਆ ਜਾਂਦਾ ਹੈ, ਜੇ ਲਿਖਿਆ ਜਾਵੇ ਕੰਡੀਸ਼ਨ ਹੋਵੇ ਰਾਈਟ, ਕਿ ਤੁਸੀਂ ਯਾਨੀ ਕਿ ਜਿਨ੍ਹਾਂ ਨੇ ਲੋਨ ਲਿਆ ਉਹ they shall not transfer, right, add anybody, okay, they will not sell any that plant or asset which has been mortgaged, right sir, ਇਸ ਕੰਡੀਸ਼ਨ ਦੇ ਵਿੱਚ ਜੇ ਲੱਗੀ ਹੋਵੇ ਕਿ ਉਹ ਕੰਪਨੀ ਪ੍ਰਾਈਵੇਟ ਲਿਮਟਿਡ okay, ਓਰੀਜਨਲ ਜਿਹੜੇ ਡਾਇਰੈਕਟਰ ਹੈ ਜਿਨ੍ਹਾਂ ਨੇ ਕਰਜ਼ਾ ਲਿਆ ਉਹ ਬਾਹਰ ਨਿਕਲ ਜਾਣ ਤੇ ਨਵੇਂ ਬੰਦੇ ਪਾ ਸਕਦੇ ਜੀ? absolutely not, because they are totally bound by the condition by which they have been provided loan by the corporation. If they done so, ਪੰਜਾਬੀ ਚ ਦੱਸੋ ਸਰ। ਜੇ ਉਹਨਾਂ ਨੇ ਇਹ ਕੀਤਾ ਹੈ ਤਾਂ ਨਾ ਸਿਰਫ ਜੀ TFC ਕੋਲ ਰਾਈਟ ਹੈ ਕਿ ਡੈਕਲੇਰੇਸ਼ਨ ਲੈਣ ਲਈ ਅਗੇਂਸਟ ਓਰੀਜਨਲ ਲੋਨੀਜ਼ ਦੇ ਖਿਲਾਫ, ਪਲੱਸ ਜਿਹੜਾ ਨੇ ਪਰਚੇਜ਼ ਕੀਤਾ ਇਨ ਇਲੀਗਲ ਮੈਨਰ ਬਿਨਾ ਇਹ ਜਿਹੜੀ ਕਾਰਪੋਰੇਸ਼ਨ ਦੀ ਪਰਮਿਸ਼ਨ, ਕਿਉਂਕਿ ਪਰਮਿਸ਼ਨ ਜਿਹੜਾ ਉਹਨਾਂ ਦਾ ਵਰਡ ਹੈ ਸਪੈਸੀਫਿਕ ਹੈ ਐਗਰੀਮੈਂਟ 'ਚ। ਹਾਂਜੀ ਹਾਂਜੀ। ਜੇ ਉਹ ਸਪੈਸੀਫਿਕ ਕੰਡੀਸ਼ਨ ਨੂੰ ਵਾਇਲੇਟ ਕਰਕੇ ਉਹਨਾਂ ਨੇ ਥਰਡ ਪਰਸਨ ਔਰ ਫੋਰਥ ਪਰਸਨ ਨੂੰ ਸੈਲ ਕਰਤਾ ਜਾਂ ਮਾਰਟਗੇਜ ਕਰਤਾ, ਇਹ ਕਲੀਅਰ ਕੱਟ ਸਿਵਲ ਲਾਇਬਿਲਿਟੀ ਦਾ ਬਣਦੀ ਹੈ ਜੀ। ਇਹ ਉਹਦੇ ਐਸੈਟ ਕੋਡ ਦੇ ਥਰੂ ਸੀਜ਼ ਕਰਵਾ ਕੇ ਜਾਂ ਡੈਕਲੇਰੇਸ਼ਨ ਲੈ ਕੇ ਔਰ ਰਿਕਵਰੀ ਕਰਨਗੇ ਅਲੱਗ, ਔਰ ਪਲੱਸ ਇਹ ਬੜਾ ਕਲੀਅਰ ਫਰਾਡ ਦਾ ਕੇਸ ਹੈ ਜੀ। ਫਰਾਡ ਕ੍ਰਿਮੀਨਲ ਕੇਸ ਐਬਸੋਲੂਟਲੀ ਕਲੀਅਰ। ਠੀਕ ਹੈ। ਜੇ ਉਹਨਾਂ ਦੇ ਦਿਮਾਗ 'ਚ ਕੋਈ ਹੈਂਕੀ ਪੈਂਕੀ ਤਾਂ ਹੀ ਉਹਨਾਂ ਨੇ ਪਰਮਿਸ਼ਨ ਨਹੀਂ ਲਿੱਤੀ ਜੀ। ਚੋਰੀ ਛਿਪੇ 2 ਨੰਬਰ ਸੈਲ ਕਰਤਾ ਅੱਗੇ, ਵੈਰੀ ਕਲੀਅਰ। ਅੱਛਾ ਜੀ, ਨੰਬਰ 2। ਯੈਸ। ਹੁਣ ਜਿਹੜੀ ਮੈਂ ਖਬਰ ਕਰ ਰਿਹਾ ਉਹਦੇ ਵਿੱਚ ਇਸ ਤਰ੍ਹਾਂ ਹੀ ਹੋਇਆ ਕਿ PFC ਨੇ ਪਰਮਿਸ਼ਨ ਨਹੀਂ ਦਿੱਤੀ ਤੇ ਉਹਨਾਂ ਨੇ ਆਪਣੇ ਜਿਹੜੇ ਡਾਇਰੈਕਟਰ ਹੈ, ਮਾਲਕ ਹੈ ਕੰਪਨੀ ਦੇ, ਉਹ ਬਦਲ ਲਏ। ਹੁਣ ਜਿਹੜੀ ਲਾਇਬਿਲਿਟੀ ਆ, ਜਿਵੇਂ ਕਰਜ਼ਾ ਲਿਆ ਕਰੋੜਾਂ ਰੁਪਏ ਦਾ ਖੜਾ ਉਹਨਾਂ ਦੇ ਸਿਰ ਤੇ, ਉਹ ਟ੍ਰਾਂਸਫਰ ਹੋ ਸਕਦਾ ਦੂਜਿਆਂ ਦੇ ਨਾਂ ਤੇ? ਸਰ ਉਹ ਤਾਂ ਜਦ ਪ੍ਰਾਇਰ ਪਰਮਿਸ਼ਨ ਦੀ ਬੜੀ ਉਹਨਾਂ ਦੀ ਕੰਡੀਸ਼ਨ ਹੈ, ਉਸ ਤੋਂ ਬਿਨਾਂ ਜਿਹੜੀ ਉਹਨੇ ਸੈਲ ਵੀ ਕਰਤੀ, ਦੈਟ ਅਮਾਉਂਟਸ ਟੂ ਵੋਇਡ ਐਬ ਇਨੀਸ਼ੀਓ, ਇਲੀਗਲ, ਟੋਟਲ ਵੋਇਡ ਹੈ। ਠੀਕ ਹੈ ਜੀ। ਨੰਬਰ 3 ਜੀ। ਯੈਸ। ਇਸ ਚੀਜ਼ ਨੂੰ ਨਜ਼ਰ ਅੰਦਾਜ਼ ਕਰਦੇ ਹੋਏ, ਜੀ ਸਰ, ਕਿਉਂਕਿ ਆਰਗੂਮੈਂਟ ਦਿੱਤਾ ਗਿਆ ਜੀ ਅਸੀਂ ਤਾਂ ਇਸ ਤਰੀਕ ਨੂੰ, ਜਿਸ ਤਰੀਕ ਤੇ ਇਸ ਰਾਈਸ ਮਿਲ ਦੀ ਮਸ਼ੀਨਰੀ ਗਾਇਬ ਦੱਸੀ ਗਈ ਜਾਂ ਜਦੋਂ ਇਹ ਪਰਚਾ ਬਾਅਦ ਚ ਦਰਜ ਹੋਇਆ, ਉਦੋਂ ਤਾਂ ਅਸੀਂ ਇਹਦੇ ਡਾਇਰੈਕਟਰ ਹੈ ਹੀ ਨਹੀਂ ਸੀ, ਮਾਲਕ ਹੈ ਹੀ ਨਹੀਂ ਸੀ। ਓਕੇ। ਕੀ ਪੁਲਿਸ ਇਸ ਆਰਗੂਮੈਂਟ ਨੂੰ ਮੰਨ ਕੇ ਉਹਨਾਂ ਨੂੰ ਪਰਚੇ ਚੋਂ ਕੱਢ ਸਕਦੀ ਹੈ ਜੀ? ਕੈਂਸਲੇਸ਼ਨ ਰਿਪੋਰਟ ਫਾਈਲ ਕਰ ਸਕਦੀ ਹੈ ਵੀ ਇਹ ਪਰਚਾ ਰੱਦ ਕਰ ਦਿਓ? ਨਹੀਂ, ਦੇਖੋ ਇਹ ਥੋੜਾ ਜਿਹਾ ਡਿਫਰੈਂਟ ਹੋ ਗਿਆ ਜੀ। ਹੁਣ ਇਹ ਲਾਂਚ ਕਰਨਗੇ, ਕੋਈ ਪ੍ਰੋਸੀਡਿੰਗ ਇਨੀਸ਼ੀਏਟ ਕਰਨਗੇ, ਉਹ ਤਾਂ ਫਿਰ ਇਹਨਾਂ ਨੂੰ ਚੈੱਕ ਕਰਨਾ ਪਏਗਾ ਰਿਕਾਰਡ ਵੀ ਕੌਣ ਡਾਇਰੈਕਟਰ ਔਰ ਮੈਨੇਜਿੰਗ ਡਾਇਰੈਕਟਰ ਸੀਗਾ। ਚਾਈਨੀਜ਼ ਹੁਣ ਜਿਹੜੇ ਬੰਦੇ ਕੋਈ ਡਾਇਰੈਕਟਰ ਹੀ ਨਹੀਂ ਸੀ, ਸਪੋਜ਼ ਜੇ ਇਸ ਟਾਈਪ ਦੀ ਕੋਈ ਐਵੀਡੈਂਸ ਹੈ, ਫਿਰ ਉਹ ਸਿਰਫ ਉਸ ਬੰਦੇ ਨੂੰ ਕੱਢ ਸਕਦੇ ਆ ਹੂ ਵਾਸ ਨਾਟ ਇਨ ਚਾਰਜ ਐਂਡ ਰਿਸਪੌਂਸਿਬਲ ਐਟ ਦੈਟ ਟਾਈਮ। ਬਾਕੀ ਜਿਹੜਾ ਮੈਨੇਜਿੰਗ ਡਾਇਰੈਕਟਰ ਹੈ, ਇਹ ਸਪੈਸੀਫਿਕ ਦੱਸਦਾ ਤੁਹਾਨੂੰ ਮੈਂ। ਹਾਂਜੀ। 3 ਡਾਇਰੈਕਟਰ, ਠੀਕ ਹੈ, 3 ਨੂੰ ਇਹ ਕੰਡੀਸ਼ਨ ਲਾਈ ਗਈ PFC ਵੱਲੋਂ, ਠੀਕ ਹੈ, ਜਿਹੜੀ ਆਪਾਂ ਪਹਿਲਾਂ ਡਿਸਕਸ ਕੀਤੀ ਹੈ। ਉਹ 1997 ਤੋਂ ਲੈ ਕੇ 99 ਤੱਕ ਤਿੰਨੋਂ ਨਿਕਲ ਜਾਂਦੇ ਆ। ROC ਰਜਿਸਟਰ ਆਫ ਕੰਪਨੀਜ਼ ਉਹਨਾਂ ਨੂੰ ਬਾਹਰ ਜਿਹੜਾ ਨਿਕਲਣ ਦਾ ਉਹ ਪ੍ਰੋਸੈਸ ਮੰਨ ਲੈਂਦਾ ਹੈ। 6 ਨਵੇਂ ਪਾ ਦਿੰਦੇ ਆ। ਉਹ 6 ਨਵੇਂ ਵੀ ਕੌਣ ਆ ਜੀ ਵਕੀਲ ਸਾਹਿਬ? ਕੋਈ ਤਾਂ ਉਹਨਾਂ ਦੇ ਕਿਤੇ ਆਸੇ-ਪਾਸੇ ਕੰਮ ਕਰਦਾ, ਘਰ ਘੁਰ ਚ ਜਾਂ ਕਿਤੇ ਉਹਨਾਂ ਦੇ ਐਮਪਲੋਇਮੈਂਟ ਚ, ਜਾਂ ਕੋਈ ਕਿਤੇ ਕਰਿੰਦਾ, ਉਹ ਡੇਲੀ ਵੇਜਰ ਪੰਪ ਤੇ ਕੰਮ ਕਰਦਾ। ਹਾਂਜੀ, ਓਕੇ। ਉਹ ਜਿਹੜੇ ਬੰਦੇ ਆ ਜੀ, ਉਹ ਦੇ ਬਿਕਮ ਦੀ ਨਿਊ ਡਾਇਰੈਕਟਰਸ। ਓਕੇ। In that situation,
ਜੀ ਜਿਹੜਾ ਪਰਚਾ ਦਰਜ ਹੋਇਆ ਉਹ ਹੋਇਆ ਓਰੀਜਨਲ 3 ਬੰਦਿਆਂ ਤੇ। ਅੱਛਾ, ਤੇ ਟ੍ਰਾਂਜੈਕਸ਼ਨ ਜਿਹੜੀ ਉਹਨਾਂ ਨੇ ਫਰਦਰ ਕੀਤੀ ਹੈ ਥਰਡ ਪਾਰਟੀ ਨਾਲ, ਉਹ ਕਦੋਂ ਹੋਈ ਹੈ ਫਿਰ? ਉਹ ਜਿਹੜੇ ਉਹ ਤਾਂ ਕਹਿੰਦੇ ਜੀ ਅਸੀਂ ਨਿਕਲ ਗਏ 97 ਦੇ ਲੈ ਕੇ 99 ਤੱਕ ਤੇ ਅਸੀਂ ਨਵੇਂ ਡਾਇਰੈਕਟਰ ਪਾਤੇ, ਠੀਕ ਹੈ, ਅਸੀਂ ਅਸਤੀਫਾ ਦੇ ਗਏ। ਓਕੇ। ਹੁਣ ਪੁਲਿਸ ਨੂੰ ਕੀ ਕਰਨਾ ਚਾਹੀਦਾ? ਮਤਲਬ ਕਿ ਜਿਹੜਾ ਪਰਚਾ ਇਹ ਤਿੰਨਾਂ ਦੇ ਵਿਰੁੱਧ ਆ, ਜਿਹੜਾ ਪਹਿਲਿਆਂ ਦੇ ਜਿਹੜੇ ਮੁੱਢਲੇ ਇਹਦੇ ਡਾਇਰੈਕਟਰ ਸੀ ਜਾਂ ਲੋਨ ਲਿਆ, ਉਹਨਾਂ ਨੂੰ ਫਿਰ ਪਰਚੇ ਚੋਂ ਕੱਢ ਦੇਣਾ ਚਾਹੀਦਾ, ਨਵੇਂ ਬੰਦੇ ਪਾਉਣੇ ਚਾਹੀਦੇ ਜਿਹੜੇ ਨਵੇਂ ਆ। ਜਿਹੜੇ ਤੁਹਾਡੇ ਫੈਕਟਸ ਸੁਣ ਕੇ ਤਾਂ ਇਹ ਲੱਗਦਾ ਹੈ ਕਿ ਇਹ ਨੋਇੰਗਲੀ ਔਰ ਇੰਟੈਂਸ਼ਨਲੀ ਫਰਾਡ ਕੀਤਾ ਗਿਆ ਹੈ, ਕਿਉਂਕਿ ਜੇ ਉਹਨਾਂ ਨੇ ਕਰਨਾ ਵੀ ਸੀਗਾ, ਜਿਹੜੇ ਓਰੀਜਨਲ 3 ਪਾਰਟਨਰ ਸੀਗੇ, ਡਾਇਰੈਕਟਰ ਸੀਗੇ, ਉਹ ਸਾਈਨੀ ਵੀ ਹੈ, ਉਹਨਾਂ ਨੇ ਲੋਨ ਵੀ ਲਿੱਤਾ ਹੈ, ਤੇ ਜੇ ਉਹਨਾਂ ਨੇ ਕੋਈ ਆਰਓਸੀ ਤੋਂ ਪਰਮਿਸ਼ਨ ਲੈਣੀ ਸੀ, ਟ੍ਰਾਂਸਫਰ ਕਰਨੀ ਸੀ, ਲਾਇਬਿਲਿਟੀ ਟ੍ਰਾਂਸਫਰ ਕਰਨੀ ਸੀ, ਐਟਲੀਸਟ ਪੀਐਫਸੀ ਨੂੰ ਉਹ ਪਰਮਿਸ਼ਨ ਲੈਂਦੇ ਉਹਨਾਂ ਤੋਂ, ਜਾਂ ਉਹਨਾਂ ਦੇ ਨੋਟਿਸ ਲੈ ਕੇ ਆਉਂਦੇ ਵੀ ਸਰ ਇਹ ਪੋਜੀਸ਼ਨ ਚੇਂਜ ਹੋਣ ਲੱਗਦੀ ਹੈ, ਤਾਂ ਕਿ ਉਹਨਾਂ ਤੋਂ ਪਤਾ ਲੱਗਦਾ। ਉਹਨਾਂ ਨੇ ਬੈਕ ਉਸ ਤੋਂ ਜਾਂ ਅੰਡਰ ਦੀ ਟੇਬਲ ਸਾਰਾ ਕੀਤਾ ਹੈ, ਤਾਂ ਉਸ ਤੋਂ ਇਹ ਲੱਗ ਰਿਹਾ ਹੈ ਕਿ ਇੰਟੈਂਸ਼ਨਲ ਔਰ ਇੰਗਲੀ ਫਰਾਡ ਹੈ ਇਹ। ਅਗਲੀ ਗੱਲ, ਜਿਹੜੇ 3 ਡਾਇਰੈਕਟਰ ਹੈ ਲੋਨ ਲੈਣ ਵੇਲੇ ਉਹਨਾਂ ਨੇ ਆਪਣੀ ਜਾਇਦਾਦ ਮਾਰਗੇਜ ਕੀਤੀ, ਗਹਿਣੇ ਕੀਤੀ, ਰਾਈਟ। ਹੁਣ ਜੇ ਨਵੇਂ ਮੈਂਬਰ ਤੁਸੀਂ ਪਾਲਨੇ ਹੋ ਕੰਪਨੀ ਦੇ ਵਿੱਚ ਤਾਂ ਫਿਰ ਉਹ ਜਿਹੜੇ ਨਵੇਂ ਮੈਂਬਰ ਆ ਉਹਨਾਂ ਦੀ ਜਾਇਦਾਦ ਮਾਰਗੇਜ ਹੋਏਗੀ। ਜੇ ਪੀਐਫਸੀ ਅਲਾਉ ਕਰੇਗੀ ਵੀ ਕੋਈ ਨਹੀਂ ਬਦਲ ਲਓ, ਹੁਣ ਤੁਹਾਡੀ ਜਾਇਦਾਦ ਅਸੀਂ ਛੱਡਦੇ ਆ, ਇਹ ਨਵੇਂ ਬੰਦਿਆਂ ਦੀ ਜਾਇਦਾਦ ਅਸੀਂ ਪਲੇਜ ਕਰ ਲੈਂਦੇ। ਦਿਸ ਇਜ਼ ਵਾਟ ਆਈ ਐਮ ਸੇਇੰਗ। ਜਿਹੜੀ ਕੰਡੀਸ਼ਨ ਹੈ ਪ੍ਰੀ ਕੰਡੀਸ਼ਨ, ਉਹਨੂੰ ਇਹਨਾਂ ਨੇ ਬਾਈਪਾਸ ਕਰਕੇ, ਵਾਇਲੇਟ ਕਰਕੇ ਇੱਕ ਆਪਣੇ ਅਰਿੰਦੇ ਕਰਿੰਦਿਆਂ ਨੂੰ ਉਹਨਾਂ ਨੇ ਡਾਇਰੈਕਟਰ ਬਣਾਤਾ। ਉਹ ਤਾਂ ਫਿਰ ਬਿਲਕੁਲ ਹੀ ਇੰਟੈਂਸ਼ਨਲ ਫਰਾਡ ਲੱਗ ਰਿਹਾ ਜੀ, ਉਹ ਤਾਂ ਨੋਇੰਗਲੀ ਹੈ। ਠੀਕ ਹੈ, ਉਹ ਪੀਐਫਸੀ ਨਾਲ ਹੀ ਫਰਾਡ ਦਾ ਮਤਲਬ ਹੈ ਉਹ ਇੰਟੈਂਸ਼ਨਲੀ ਕਰਨਾ ਚਾਹੁੰਦੇ ਸੀ, ਉਹਨਾਂ ਦਾ ਜਿਹੜੀ ਇੰਟੈਂਸ਼ਨ ਲੱਗ ਰਹੀ ਹੈ ਜੇ ਫੈਕਟ ਸੁਣ ਕੇ। ਨੰਬਰ 2, ਜੇ ਤੁਸੀਂ ਇਹ ਕਹਿ ਰਹੇ ਹੋ ਕਿ ਉਹ ਤਾਂ ਅਰਿੰਦੇ ਕਰਿੰਦੇ ਸੀ ਉਹਨਾਂ ਦੇ, ਇਹ ਤਾਂ ਫਰਦਰ ਮੈਨੂੰ ਲੱਗ ਰਿਹਾ ਜੀ ਇਹ ਬੇਨਾਮੀ ਪ੍ਰਾਪਰਟੀ ਦਾ ਕੇਸ ਲੱਗ ਰਿਹਾ ਹੈ ਅੰਡਰ ਇਨਕਮ ਟੈਕਸ ਆਲਸੋ। ਉਹਨਾਂ ਦਾ ਜੇ ਉਹਨਾਂ ਦੇ ਸੋਰਸ ਆਫ ਇਨਕਮ ਨਹੀਂ ਹੈ ਸਪੋਜ਼, ਇਹਦਾ ਮਤਲਬ ਹੈ ਪੈਸੇ ਤਾਂ ਇਹਨਾਂ ਦੇ ਘੁੰਮ ਰਹੇ ਆ ਅੰਦਰ। ਹਾਂ, ਉਹ ਡਾਇਰੈਕਟਰ ਕਿਵੇਂ ਬਣ ਗਏ, ਉਹਨਾਂ ਨੇ ਕੀ ਅਦਾਇਗੀ ਕੀਤੀ, ਉਹਨਾਂ ਨੇ ਉਸ ਰਾਈਸ ਮਿਲ ਨੂੰ ਟੇਕ ਓਵਰ ਕਿਹੜੇ ਪੈਸਿਆਂ ਨਾਲ ਕੀਤਾ? ਇਹ ਤਾਂ ਨਾਟ ਓਨਲੀ ਸਰ 420 6771 ਦਾ ਕੇਸ ਬਣਦਾ ਹੈ, ਇਹ ਸਿਵਲ ਤਾਂ ਬੰਦਾ ਹੀ ਬੰਦਾ, ਰਿਕਵਰੀ ਚਲੋ ਪੀਐਫਸੀ ਦਾ ਉਹ ਤਾਂ ਅਲੱਗ ਹੈ ਹੀ, ਪਲੱਸ ਮੈਨੂੰ ਤਾਂ ਲੱਗਦਾ ਹੈ ਪ੍ਰਾਪਰਟੀ ਦਾ ਵੀ ਲੱਗ ਰਿਹਾ ਸਰ, ਇਨਕਮ ਟੈਕਸ ਦਾ ਵੀ ਲੱਗਦਾ, ਬੇਨਾਮੀ ਪ੍ਰਾਪਰਟੀ ਦਾ ਲੱਗਦਾ ਹੈ, ਕਿਉਂਕਿ ਆਈ ਰਿਮੇਨ ਸੀਨੀਅਰ ਸਟੈਂਡਿੰਗ ਕਾਉਂਸਲ, ਮੈਨੇ ਬਹੁਤ ਕੇਸ ਕੀਤੇ ਆ ਉਹਨਾਂ ਦੇ, ਜਿਹੜਾ ਉਸ 'ਚ ਸਿਰਫ ਇੱਕ ਦੂਸਰੇ ਦੇ ਨਾਮ ਤੇ ਪ੍ਰਾਪਰਟੀ ਲੈਂਦੇ ਹੈ, ਸਿਰਫ ਉਹ ਬੇਨਾਮੀ ਨਹੀਂ ਹੈ। ਜੇ ਕੋਈ ਇਸ ਤਰ੍ਹਾਂ ਦੀ ਹੇਰਾਫੇਰੀ ਕਰਕੇ ਡਾਕੂਮੈਂਟਸ 'ਚ ਕੋਈ ਅਰੇਂਜਮੈਂਟ ਕਰਦਾ ਹੈ, ਉਹਦੇ 'ਚ ਵਰਡ ਯੂਜ਼ ਹੈ ਸਰ ਅਰੇਂਜਮੈਂਟ, ਜੇ ਕੋਈ ਇਸ ਟਾਈਪ ਦਾ ਅਰੇਂਜਮੈਂਟ ਕਰਦਾ ਹੈ ਦੈਟ ਆਲਸੋ ਅਮਾਊਂਟਸ ਟੂ ਬੇਨਾਮੀ ਟ੍ਰਾਂਜੈਕਸ਼ਨ। ਠੀਕ ਹੈ ਜੀ। ਤਾਂ ਤੁਹਾਡੇ ਤੇ ਇਹਨਾਂ ਫੈਕਟਸ ਦੇ ਨੂੰ ਜੇ ਨਜ਼ਰ ਅੰਦਾਜ਼ ਕਰਕੇ ਪੁਲਿਸ ਡਿਪਾਰਟਮੈਂਟ ਇਹਨਾਂ ਨੂੰ ਕੁੱਟ ਬਰੀ ਕਰੀ ਜਾਂਦਾ ਜਾਂ ਬੇਗਣਾ ਕਰੀ ਜਾਂਦਾ, ਭਾਵੇਂ ਅਦਾਲਤ ਦੇ ਵਿੱਚ ਹਜੇ ਇਹ ਐਕਸੈਪਟ ਨਹੀਂ ਹੋਈ ਕੈਂਸਲੇਸ਼ਨ ਰਿਪੋਰਟ ਪੈਂਡਿੰਗ ਆ, ਤੇ ਇਹ ਫਿਰ ਪੁਲਿਸ ਵੀ ਦੋਸ਼ੀ ਆ। ਹਾਂ, ਉਹ ਤਾਂ ਖੈਰ ਉੱਥੇ ਜਾ ਕੇ ਪੀਐਫਸੀ ਕੋਲੇ ਵੀ ਰਾਈਟ ਹੈ ਟੂ ਫਾਈਲ ਆਬਜੈਕਸ਼ਨਸ, ਲੇਕਿਨ ਇਹ ਪੁਲਿਸ ਨੂੰ ਮੇਰਾ ਖਿਆਲ ਹੈ ਇੰਨੀ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਐਡੇ ਵੱਡੇ ਮੈਟਰ 'ਚ, ਬਿਕੋਜ਼ ਇਟ ਇਜ਼ ਏ ਗਵਰਨਮੈਂਟ ਇੰਸਟੀਟਿਊਸ਼ਨ। ਗਵਰਨਮੈਂਟ ਦੀ ਜੇ ਉਹ ਫਰਾਡ ਕੀਤਾ ਹੈ ਤਾਂ ਪੁਲਿਸ ਨੂੰ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ, ਸਾਨੂੰ ਇਹ ਲੱਗਦਾ ਹੈ। ਠੀਕ ਹੈ ਜੀ, ਧੰਨਵਾਦ ਜੀ ਦਿਨੇਸ਼ ਗੋਇਲ ਜੀ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ। ਹੈਵ ਅ ਨਾਈਸ ਡੇ, ਥੈਂਕ ਯੂ ਸੋ ਮਚ। ਦੋਸਤੋ, ਕੋਸ਼ਿਸ਼ ਇਹ ਹੁੰਦੀ ਆ ਕਿ ਅਸੀਂ ਦੂਜੇ ਦਾ ਪੱਖ ਵੀ ਜਾਣ ਲਈਏ। ਅਸੀਂ ਸੰਪਰਕ ਕੀਤਾ ਹਰਜਿੰਦਰ ਸਿੰਘ ਅਲਾਇਸ ਬਿੱਟੂ ਸਾਂਗਾ, ਜਿਹੜੇ ਕਿ ਸਾਲਾ ਸਾਹਿਬ ਨੇ ਪਰਮਿੰਦਰ ਸਿੰਘ ਪਿੰਕੀ ਐਕਸ ਐਮਐਲਏ ਦੇ। ਉਹਨਾਂ ਨੇ ਜੋ ਕੁਛ ਸਾਨੂੰ ਕਿਹਾ ਸੁਣੋ। ਕਹਿੰਦੇ ਜੀ ਮੈਂ 1999 ਚ ਕੰਪਨੀ ਚੋਂ ਬਾਹਰ ਹੋ ਗਿਆ ਸੀ, ਮੇਰੇ ਨਾਲ 2 ਹੋਰ ਮੁੱਢਲੇ ਮੈਂਬਰ ਵੀ ਬਾਹਰ ਹੋ ਗਏ ਤੇ ਸਾਡਾ ਹੁਣ ਕੰਪਨੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਰਜਿਸਟਰਾਰ ਆਫ ਕੰਪਨੀਜ਼ ਨੇ ਵੀ ਕੰਪਨੀ ਦੀਆਂ ਡਾਇਰੈਕਟਰਸ਼ਿਪ ਦੀਆਂ ਜਿਹੜੀਆਂ ਪੋਸਟਾਂ ਹੁੰਦੀਆਂ ਉਹਦੇ ਹੁੰਦੇ ਆ, ਉਹਦੇ ਵਿੱਚ ਚੇਂਜ ਕਰਕੇ ਨਵੇਂ ਡਾਇਰੈਕਟਰ ਕਬੂਲ ਕਰ ਲਏ। ਤੇ ਉਹਨਾਂ ਨੇ ਕਿਹਾ ਜੀ ਤੁਸੀਂ ਸਾਡੇ ਚਾਰਟਰਡ ਅਕਾਊਂਟੈਂਟ ਨਾਲ ਗੱਲ ਕਰ ਲਓ। ਮੈਂ ਕਿਹਾ ਜੀ ਤੁਸੀਂ ਰਾਤੀ ਕਹਿੰਦੇ ਸੀ ਕਿ ਪਰਚੇ ਨੂੰ ਕੈਂਸਲ ਹੋਏ 5 ਸਾਲ ਹੋ ਗਏ, ਪਹਿਲਾਂ ਤੁਸੀਂ ਸਾਨੂੰ ਉਹ ਭੇਜਿਆ ਨਹੀਂ,
ਤਾਂ ਉਹਨਾਂ ਨੇ ਕਿਹਾ ਜੀ ਮੈਂ ਤੁਹਾਨੂੰ ਕਿਹਾ ਸੀ ਵੀ ਮੈਨੂੰ ਪੁਲਿਸ ਨੇ ਬਰੀ ਕਰਤਾ, ਬੇਕਸੂਰ ਘੋਸ਼ਿਤ ਕਰਤਾ। ਫਿਰ ਜਦੋਂ ਅੱਗੇ ਮੈਂ ਕਿਹਾ ਜੀ ਜਿਹੜਾ ਇਹ ਬੇਕਸੂਰ ਘੋਸ਼ਿਤ ਕਰਨਾ ਇਹ ਅਦਾਲਤ ਨੇ ਕਰਨਾ ਅਖੀਰ 'ਚ, ਜਿਵੇਂ ਕਿ ਤੁਸੀਂ DA ਲੀਗਲ ਅੰਮ੍ਰਿਤਪਾਲ ਸਿੰਘ ਦੀ ਆਡੀਓ ਦੇ ਵਿੱਚ ਸੁਣਿਆ। ਤੇ ਹੁਣ ਅਗਲਾ ਸਵਾਲ ਮੈਂ ਉਹਨਾਂ ਨੂੰ ਕੀਤਾ ਕਿ ਤੁਸੀਂ PFC ਤੋਂ ਪਰਮਿਸ਼ਨ ਲਈ? ਕਿਉਂਕਿ ਮੈਂ PFC ਦੇ ਅਧਿਕਾਰੀਆਂ ਨਾਲ ਗੱਲ ਕੀਤੀ ਆ, ਉਹ ਕਹਿੰਦੇ ਜੀ ਜੇ ਸਾਡੀ ਮਨਜ਼ੂਰੀ ਤੋਂ ਬਿਨਾਂ ਡਾਇਰੈਕਟਰ ਬਦਲਦੇ ਕਿਸੇ ਨੇ ਕੰਪਨੀ 'ਚ ਤਾਂ ਉਹ ਗੈਰ ਕਾਨੂੰਨੀ ਆ, ਉਹ ਇਲੀਗਲ ਆ। ਇਹ ਗੱਲ ਤੁਸੀਂ ਜਿਹੜੀ ਆ ਆਡੀਓ ਐਡਵੋਕੇਟ ਦਿਨੇਸ਼ ਗੋਇਲ ਦੇ ਵਿੱਚ ਸੁਣ ਚੁੱਕੇ ਹੋ ਕਿ ਉਹਨਾਂ ਨੇ ਇਸ ਨੂੰ ਕਿਹਾ ਕਿ ਇਟ ਅਮਾਊਂਟਸ ਟੂ ਫਰਾਡ, ਇਹ ਧੋਖਾਧੜੀ ਦਾ ਮਾਮਲਾ ਬਣ ਜਾਂਦਾ ਹੈ। ਅੱਗੇ ਸੰਘਾ ਸਾਹਿਬ ਨੇ ਸਾਨੂੰ ਦਲੀਲ ਦਿੱਤੀ ਕਿ ਪੁਲਿਸ ਨੇ ਇਸ ਕੰਪਨੀ ਦਾ ਕੋਈ ਪੁਰਾਣਾ ਕਾਗਜ਼ ਦੇਖ ਕੇ ਤੇ ਉਹਦੇ ਆਧਾਰ ਤੇ ਸਾਡੇ ਵਿਰੁੱਧ ਗਲਤ ਪਰਚਾ ਦਰਜ ਕਰਤਾ। ਪਰ ਫਿਰ ਬਾਅਦ ਦੇ ਵਿੱਚ ਜਦੋਂ ਉਹਨਾਂ ਨੂੰ ਸਥਿਤੀ ਸਪਸ਼ਟ ਕੀਤੀ ਗਈ, ਰਜਿਸਟਰਾਰ ਆਫ ਕੰਪਨੀਜ਼ ਦਾ ਉਹ ਵਿਖਾਇਆ ਗਿਆ ਵੀ ਹੁਣ ਤਾਂ ਅਸੀਂ ਡਾਇਰੈਕਟਰ ਹੀ ਹੈ ਨਹੀਂ, ਤੇ ਫਿਰ ਉਹਨਾਂ ਨੇ ਇਹ ਪਰਚਾ ਰੱਦ ਕਰਨ ਦੀ ਸਿਫਾਰਿਸ਼ ਕਰਤੀ। ਇਹ ਸਾਰੀਆਂ ਗੱਲਾਂ ਸੁਣ ਕੇ ਅਸੀਂ ਸੰਘਾ ਸਾਹਿਬ ਨੂੰ ਬੇਨਤੀ ਕੀਤੀ, ਅਸੀਂ ਕਿਹਾ ਬਾਈ ਜੀ ਤੁਸੀਂ ਸਾਰਾ ਆਪਣਾ ਪੱਖ ਸਾਨੂੰ ਜਾਂ ਤਾਂ ਕੈਮਰੇ ਤੇ ਸੁਣਾ ਦਿਓ ਜਾਂ ਫਿਰ ਤੁਸੀਂ ਟੈਲੀਫੋਨ ਤੇ ਸਾਨੂੰ ਰਿਕਾਰਡ ਕਰਾ ਦਿਓ, ਅਸੀਂ ਤੁਹਾਡੀ ਰਿਕਾਰਡਿੰਗ ਦਰਸ਼ਕਾਂ ਤੱਕ ਪਹੁੰਚਾ ਦਿਆਂਗੇ। ਕਿਤੇ ਅਸੀਂ ਇਹ ਨਹੀਂ ਚਾਹੁੰਦੇ ਜੇ ਤੁਸੀਂ ਬੇਗੁਨਾਹ ਹੋ ਬੇਕਸੂਰ ਹੋ ਤੇ ਅਸੀਂ ਤੁਹਾਡੀ ਐਵੇਂ ਖਬਰ ਲਾ ਦਈਏ, ਉਹ ਸਾਡੇ ਵਾਸਤੇ ਨਜਾਇਜ਼ ਹੋਊਗਾ। ਤੇ ਫਿਰ ਜੀ ਉਹਨਾਂ ਨੇ ਕੈਮਰੇ ਤੇ ਜਾਂ ਫੋਨ ਤੇ ਰਿਕਾਰਡਿੰਗ ਕਰਾਉਣ ਤੋਂ ਨਾ ਕਰਤੀ। ਹੁਣ ਦੱਸਦੇ ਹਾਂ ਅਸੀਂ ਅੱਗੇ ਕੀ ਕੀਤਾ। ਪੰਜਾਬ ਦਸਤਾਵੇਜ਼ ਨੇ ਭਗਵੰਤ ਮਾਨ ਦੀ ਸਰਕਾਰ ਦੇ ਆਲਾ ਅਫਸਰਾਂ ਨਾਲ ਸੰਪਰਕ ਕੀਤਾ। ਅਸੀਂ ਜਿਨ੍ਹਾਂ ਨਾਲ ਗੱਲ ਕੀਤੀ ਬਹੁਤਿਆਂ ਨੇ ਤਾਂ ਇਹੀ ਕਿਹਾ ਕਿ ਸਾਡੇ ਧਿਆਨ 'ਚ ਹੈ ਨਹੀਂ ਮਾਮਲਾ। ਫਿਰ ਅਸੀਂ ਮੁੱਖ ਸਕੱਤਰ ਚੀਫ ਸੈਕਟਰੀ ਯਾਨੀ ਕਿ VK ਜੰਜੂਆ ਸਾਹਿਬ ਨਾਲ ਸੰਪਰਕ ਕੀਤਾ, ਉਹਨਾਂ ਨੂੰ ਕਾਗਜ਼ ਵੀ ਸਾਰੇ ਭੇਜਤੇ ਤੇ ਸਾਰੀ ਗੱਲ ਦੱਸ ਵੀ ਦਿੱਤੀ। ਤਾਂ ਉਹਨਾਂ ਨੇ ਫਿਰ ਸਾਨੂੰ ਜੋ ਕਿਹਾ ਉਹ ਤੁਸੀਂ ਸੁਣੋ। ਇਸ ਮਾਮਲੇ ਦੀ ਇਨਕੁਆਇਰੀ ਦੇ ਆਦੇਸ਼ ਮੈਂ ਸੋਮਵਾਰ ਨੂੰ ਯਾਨੀ ਕਿ ਆਉਂਦੇ ਸੋਮਵਾਰ ਨੂੰ ਦੇ ਦਿਆਂਗਾ ਅਤੇ 1 ਹਫ਼ਤੇ ਦੇ ਵਿੱਚ ਜਾਂਚ ਮੁਕੰਮਲ ਕਰਕੇ ਜਨਤਕ ਕਰ ਦਿਆਂਗੇ। ਤੇ ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਮੈਂ DGP ਪੰਜਾਬ ਨੂੰ ਇਹਦੇ ਵਾਸਤੇ ਆਦੇਸ਼ ਦੇਵਾਂਗਾ ਕਿ ਉਹ ਪੁਲਿਸ ਅਫਸਰਾਂ ਦੇ ਰੋਲ ਦੀ ਘੋਖ ਕਰਕੇ ਆਪਣੀ ਰਿਪੋਰਟ ਦੇਵੇ। ਤੇ ਫਿਰ ਮੈਂ ਕਿਹਾ ਜੀ ਜਿਹੜੇ ਪੁਲਿਸ ਅਫਸਰਾਂ ਨੇ ਪਰਚੇ ਰੱਦ ਕਰਨ ਦੇ ਵਿੱਚ ਯੋਗਦਾਨ ਸਿਫਾਰਿਸ਼ ਕਰਨ ਦੇ ਵਿੱਚ ਪਾਇਆ ਉਹਨਾਂ ਦਾ ਤੁਸੀਂ ਕੀ ਕਰੋਗੇ? ਉਹ ਕਹਿੰਦੇ ਜੀ ਤੁਸੀਂ ਚਿੰਤਾ ਨਾ ਕਰੋ, ਅਸੀਂ ਸਾਰਿਆਂ ਦੀ ਜਵਾਬ ਤਲਬੀ ਕਰਾਂਗੇ, ਅਸੀਂ ਉਹਨਾਂ ਦੀ ਵੀ ਜਵਾਬ ਤਲਬੀ ਕਰਾਂਗੇ ਜਿਹੜੇ ਸਰਕਾਰੀ ਵਕੀਲ ਬਿਨਾਂ ਘੋਖ ਕੀਤੇ ਮੱਖੀ ਤੇ ਮੱਖੀ ਮਾਰ ਕੇ ਆਪਣੀ ਰਾਏ ਦੇਈ ਜਾਂਦੇ ਆ ਕੁਝ ਖਾਸ ਵਿਅਕਤੀਆਂ ਨੂੰ ਜਾਂ ਕੁਝ ਖਾਸ ਕਾਰਨਾਂ ਕਰਕੇ ਦੋਸ਼ੀਆਂ ਨੂੰ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਮੁੱਖ ਸਕੱਤਰ ਨੇ ਕਿਹਾ ਕਿ ਸਾਰਿਆਂ ਦੀ ਜਵਾਬ ਤਲਬੀ ਹੋਏਗੀ ਤੇ ਦੁਪਹਿਰ ਬਾਅਦ ਤੁਸੀਂ ਸਾਨੂੰ ਸੰਪਰਕ ਕਰ ਲਿਓ ਤੇ ਮੈਂ ਤੁਹਾਨੂੰ ਦੱਸ ਦੂੰਗਾ ਕਿ ਅਸੀਂ ਕੀ ਆਦੇਸ਼ ਜਾਰੀ ਕੀਤੇ ਆ। ਉਹਨਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਪਾਲਿਸੀ ਆ ਭ੍ਰਸ਼ਟਾਚਾਰ ਬਾਰੇ ਜ਼ੀਰੋ ਟੋਲਰੈਂਸ ਟੂਵਰਡਸ ਕਰਪਸ਼ਨ ਉਹ ਮੁਕੰਮਲ ਤੌਰ ਤੇ ਲਾਗੂ ਹੋਏਗੀ, ਇੰਪਲੀਮੈਂਟ ਹੋਏਗੀ, ਅਸੀਂ ਉਹਨੂੰ ਪੂਰ ਚਾੜਾਂਗੇ। ਨਾਓ ਟੇਕ ਸਾਡਾ ਕੀ ਮੰਨਣਾ? ਘਪਲਾ ਬਿਲਕੁਲ ਸਪਸ਼ਟ ਹੈ। ਪੁਲਿਸ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਗ੍ਰਿਫਤਾਰੀਆਂ ਕਰਕੇ ਕਸਟੋਡੀਅਲ ਇੰਟਰੋਗੇਸ਼ਨ ਕਰਕੇ ਤੁਰੰਤ ਅਦਾਲਤ ਦੇ ਵਿੱਚ ਚਲਾਨ ਦੇਵੇ। ਕਿਉਂਕਿ ਤੁਸੀਂ ਯਾਦ ਰੱਖੋ ਪਰਚਾ ਦਰਜ ਹੋਇਆ 2015 'ਚ, ਹੁਣ ਹੋ ਗਈ 2024, ਕਿੰਨੇ ਸਾਲ ਲੰਘੇ, ਸੋ ਚਲਾਨ ਦਿੱਤਾ ਜਾਵੇ। ਨੰਬਰ 2, ਮੈਸਰਸ ਪਾਰਬੋਇਲਡ ਰਾਈਸ ਮਿਲਸ ਕੰਪਨੀ 'ਚ ਨਵੇਂ ਪਾਏ ਗਏ 6 ਡਾਇਰੈਕਟਰਾਂ ਦਾ ਪਿਛੋਕੜ ਯਾਨੀ ਕਿ ਉਹਦਾ ਫਾਈਨੈਂਸ਼ੀਅਲ ਸਟੇਟਸ ਪੋਜੀਸ਼ਨ ਘੋਖੀ ਜਾਏ ਤੇ ਜੇ ਪਤਾ ਲੱਗਦਾ ਹੈ ਕਿ ਇਹਨਾਂ ਦੇ ਨਾਮ ਫਰਜ਼ੀ ਪਾਏ ਗਏ ਆ ਉਹਦੇ ਬਾਰੇ ਵੀ ਕੋਈ ਕਾਰਵਾਈ ਵੱਖਰੇ ਤੌਰ ਤੇ ਕੀਤੀ ਜਾਏ। ਜਿਵੇਂ ਕਿ ਐਡਵੋਕੇਟ ਦਿਨੇਸ਼ ਗੋਇਲ ਨੇ ਦੱਸਿਆ ਕਿ ਇਹ ਬੇਨਾਮੀ ਪ੍ਰਾਪਰਟੀ ਡੀਲ ਵੀ ਹੋ ਸਕਦੀ ਆ, ਯਾਨੀ ਕਿ ਇਹਦੇ ਵਿੱਚ ਇਨਕਮ ਟੈਕਸ ਵਿਭਾਗ ਵੀ
ਕਾਰਜਸ਼ੀਲ ਹੋ ਸਕਦਾ ਹੈ। ਇਹ ਵੀ ਦੱਸ ਦਈਏ ਨਾਲ ਨਾਲ ਤੁਹਾਨੂੰ ਕਿ ਜੋ ਸਾਨੂੰ ਪਤਾ ਲੱਗਿਆ ਇਹ ਜਿਹੜੇ ਨਵੇਂ ਡਾਇਰੈਕਟਰ ਆ ਇਹਨਾਂ ਦੇ ਵਿੱਚ ਤਾਂ ਕਈ ਦਿਹਾੜੀਦਾਰ ਆ, ਯਾਨੀ ਕਿ ਮੁਲਾਜ਼ਮ ਨੇ, ਰਿੰਦੇ ਕਰਿੰਦੇ ਨੇ। ਪੁਆਇੰਟ ਨੰਬਰ 3, ਆਰੋਪੀਆਂ ਦਾ ਸਹਿਯੋਗ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਤੁਰੰਤ ਐਕਟਿਵ ਪਬਲਿਕ ਡਿਊਟੀ ਤੋਂ ਹਟਾ ਕੇ ਇਨਐਕਟਿਵ ਯਾਨੀ ਕਿ ਨਾਨ ਐਕਟਿਵ ਡਿਊਟੀਆਂ ਤੇ ਤਾਇਨਾਤ ਕਰ ਦਿੱਤਾ ਜਾਏ। ਪੁਆਇੰਟ ਨੰਬਰ 4, PFC ਤੋਂ ਪੁੱਛਿਆ ਜਾਏ ਕਿ ਤੁਸੀਂ ਦੱਸੋ ਕਿ ਇਸ ਕੇਸ ਦੇ ਵਿੱਚ ਸਰਕਾਰੀ ਪੈਸਾ ਵਸੂਲ ਕਰਨ ਲਈ ਤੁਸੀਂ ਕੀ ਪੈਰਵਾਈ ਕੀਤੀ, ਤੁਸੀਂ ਪੁਲਿਸ ਨੂੰ ਕਿੰਨੇ ਰਿਮਾਈਂਡਰ ਪਾਏ, ਤੁਸੀਂ DGP ਨੂੰ ਦਖਲ ਦੇਣ ਲਈ ਕਿੰਨੀ ਵਾਰੀ ਕਿਹਾ, ਤੇ ਫਿਰ ਜਿਹੜੀ ਜਾਇਦਾਦ ਮੌਰਗੇਜ ਕੀਤੀ ਗਈ ਸੀ, ਤੁਹਾਡੇ ਕੋਲ ਗਹਿਣੇ ਰੱਖੀ ਗਈ ਸੀ, ਤੁਸੀਂ ਉਸ ਨੂੰ ਨਿਲਾਮ ਕਰਕੇ ਪੈਸਾ ਵਸੂਲ ਕਰਨ ਲਈ ਹੁਣ ਤੱਕ ਕੀ ਕਦਮ ਚੁੱਕੇ। ਇਹ ਸਾਰੀਆਂ ਗੱਲਾਂ PFC ਵੀ ਦੱਸੇ। ਤੇ ਹੁਣ ਅਸੀਂ ਇਹ ਕਹਿਣਾ ਚਾਹੁੰਦੇ ਹਾਂ, ਗੁਰਬਾਣੀ ਦੇ ਵਿਚਾਰ ਨਾ ਕਹੂੰ ਸੇ ਦੋਸਤੀ ਨਾ ਕਹੂੰ ਸੇ ਵੈਰ ਦੇ ਅਨੁਸਾਰ ਚੱਲਦੇ ਹੋਏ ਅਸੀਂ ਸਪਸ਼ਟ ਕਰ ਦਈਏ ਕਿ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ। ਅਸੀਂ ਪੰਜਾਬ ਨੂੰ ਪਿਆਰ ਕਰਦੇ ਹਾਂ, ਪੰਜਾਬ ਦੇ ਲੋਕਾਂ ਦਾ ਪੈਸਾ ਬਚਾਉਣਾ ਚਾਹੁੰਦੇ ਹਾਂ। ਇਹ ਪੈਸਾ ਲੱਗਣਾ ਚਾਹੀਦਾ ਸੜਕਾਂ ਤੇ, ਸਕੂਲਾਂ ਤੇ, ਹਸਪਤਾਲਾਂ ਤੇ, ਬਜ਼ੁਰਗਾਂ ਦੀ ਦੇਖਭਾਲ ਤੇ ਫਿਰ ਪੰਜਾਬ ਖੁਸ਼ਹਾਲ ਬਣੇਗਾ, ਕਰਜ਼ਾ ਘਟੇਗਾ। ਵੀ ਸਟੈਂਡ ਫॉर ਪ੍ਰੋਪਰਟੀ ਇਨ ਪਬਲਿਕ ਲਾਈਫ। ਸੋ ਇਸ ਗੱਲ ਦੇ ਨਾਲ ਮੈਂ ਤੁਹਾਡੇ ਤੋਂ ਇਜਾਜ਼ਤ ਚਾਹੁੰਦਾ। ਸਤਿ ਸ਼੍ਰੀ ਅਕਾਲ, ਨਮਸਕਾਰ, ਖੁਦਾ ਹਾਫਿਜ਼।